ਸਰਜੀਤ ਜੀ ਸਵਾਗਤ ਹੈ ਸਾਂਝਾ ਮੰਚ ਤੇ ਤੁਹਾਡਾ। ਤੇ ਜੀ ਜੀ ਸ਼ੁਕਰੀਆ ਜੀ, ਮਿਹਰਬਾਨੀ। ਸਾਂਝਾ ਉਹ- ਮੰਚ ਟੀਵੀ ਚੈਨਲ, ਤੇ ਸ- YouTube ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਜੀ ਆਇਆਂ। ਧੰਨਵਾਦ ਜੀ। ਸਰਜੀਤ ਜੀ, ਆਪਣੇ ਪਰਿਵਾਰ ਆਪਣੇ ਦੇਸ਼ ਤੋਂ ਕਾਫੀ ਦੂਰ ਬੈਠੇ ਹੋ ਤੇ ਲਾਈਫ ਥੋੜੀ ਠੀਕ ਚੱਲ ਰਹੀ ਹੈ ਅੱਜ ਕੱਲ। ਜੀ ਬਿਲਕੁਲ, ਇਹ ਤੇ ਹੈ ਕਿ ਪਰਿਵਾਰ ਤੋਂ ਦੂਰ ਹੈਗੇ ਆ, ਦੇਸ਼ ਤੋਂ ਦੂਰ ਹੈਗੇ ਆ। ਲਾਈਫ ਵਧੀਆ ਚੱਲ ਰਹੀ ਹੈਗੀ ਹੈ, ਪਰ ਜੋ ਆਪਣਾ ਦੇਸ਼ ਹੁੰਦਾ ਹੈ, ਆਪਣਾ ਸੱਭਿਆਚਾਰ, ਆਪਣੇ ਲੋਕ ਹੁੰਦੇ ਆ, ਤੇ ਉਹੀ ਗੱਲ ਹੁੰਦੀ ਹੈਗੀ ਹੈ, ਮਹਿਸੂਸ ਹੀ ਕੀਤੀ ਜਾ ਸਕਦੀ ਹੈ। ਹਾਲਾਂਕਿ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਹੈਗੇ ਨੇ ਪੱਛਮੀ ਦੇਸ਼, ਇਹਨਾਂ ਦੇ ਵਿੱਚ ਜੀਵਨ ਹਾਲਤਾਂ ਕਾਫੀ ਚੰਗੀਆਂ ਨੇ ਭਾਰਤ ਦੇ ਮੁਕਾਬਲੇ, ਪਰ ਜਿਹੜੀ ਰੂਹ ਦੀ ਖੁਰਾਕ ਹੁੰਦੀ ਹੈਗੀ ਹੈ ਨਾ, ਉਹ ਆਪਣੇ ਹੀ ਲੋਕਾਂ ਵਿੱਚੋਂ, ਆਪਣੇ ਹੀ ਸੱਭਿਆਚਾਰ ਵਿੱਚੋਂ ਮਿਲਦੀ ਹੈਗੀ ਹੈ। ਬਿਲਕੁਲ ਬਿਲਕੁਲ। ਇੱਕ ਗੱਲ ਸਰ, ਜਿਵੇਂ ਤੁਹਾਡੀ ਕਵਿਤਾ ਦਾ ਇੱਕ ਰੰਗ, ਇੱਕ ਰੂਪ ਜਾਂ ਇੱਕ ਸੁਭਾਅ ਹੈ ਆਪਣਾ ਵਿਸ਼ੇਸ਼, ਤੇ ਉਹ ਜਿਹੜਾ ਸੁਭਾਅ ਹੈ ਤਾਂ ਉਹ ਕਈ ਵਾਰੀ ਨਾ ਆਮ ਜਿਹੜੇ ਲੋਕਾਂ ਨੇ, ਜਿਹੜੇ ਤੁਹਾਡੇ ਪਾਠਕ ਨੇ, ਉਹਨਾਂ ਤੇ ਕਈ ਵਾਰੀ ਚੁਭਮਾ ਹੋ ਜਾਂਦਾ। ਇਹ ਜਿਹੜਾ ਤੁਹਾਡੀ ਕਵਿਤਾ ਦਾ ਰੰਗ ਰਿਹਾ, ਇਹਦੇ ਪਿੱਛੇ ਕਾਰਨ ਕੀ ਕਹਿ ਰਹੇ, ਉਹ ਕਿਹੜੇ ਕਾਰਨ ਸੀਗੇ ਜਿਹੜੇ ਕਰਕੇ ਤੁਹਾਡੀ ਕਵਿਤਾ ਨੇ ਇੱਕ ਇਹੋ ਜਿਹਾ ਸੁਭਾਅ ਹਾਸਲ ਕਰ ਲਿਆ? ਕੁਛ ਉਹਦੇ ਬਾਰੇ ਦੱਸੇਂਗੇ? ਜੀ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਆ ਕਿ ਅਗਰ ਅਸੀਂ ਪਹਿਲੇ ਕੁਝ ਹੋਰ ਤਰ੍ਹਾਂ ਦਾ ਲਿਖਦੇ ਸੀ ਤੇ ਹੁਣ ਹੋਰ ਤਰ੍ਹਾਂ ਦਾ ਲਿਖਣ ਲੱਗ ਪਈਏ, ਫੇਰ ਤੇ ਥੋੜ੍ਹਾ ਜਿਹਾ ਇਹ ਸਵਾਲ ਜਾਇਜ਼ ਹੋ ਜਾਂਦਾ ਹੈ। ਹਾਲਾਂਕਿ ਬੰਦਾ ਸਿੱਖਦਾ ਹੁੰਦਾ ਆ, ਸਾਰੀ ਉਮਰ ਹੀ ਸਿੱਖਦਾ ਰਹਿੰਦਾ ਆ। ਸ਼ੁਰੂਆਤੀ ਦੌਰ ਦੀ ਜਿਹੜੀ ਮੈਂ ਕਵਿਤਾ ਦੀ ਗੱਲ ਕਰਾਂ, ਤੇ ਸ਼ੁਰੂਆਤੀ ਦੌਰ ਵਿੱਚ ਮੈਂ ਕਵਿਤਾਵਾਂ ਲਿਖੀਆਂ ਨੇ ਸੁਧਾਰਵਾਦੀ, ਸੋਧਵਾਦੀ, ਜਿਹਦੇ ਵਿੱਚੋਂ ਸਮਾਜਿਕ ਸਮੱਸਿਆਵਾਂ ਦਾ ਜ਼ਿਕਰ ਤਾਂ ਹੁੰਦਾ ਹੈ, ਪਰ ਉਹ ਸਿਰਫ ਜ਼ਿਕਰ ਤੱਕ ਹੀ ਗੱਲ ਜਿਹੜੀ ਹੈਗੀ ਹੈ ਉੱਥੋਂ ਤੱਕ ਹੀ ਸਿਮਟ ਕੇ ਰਹਿ ਜਾਂਦੀ ਹੈ। ਜਿਵੇਂ ਮੈਂ ਕਵਿਤਾਵਾਂ ਲਿਖੀਆਂ ਨੇ ਸ਼ੁਰੂ ਵਿੱਚ, ਖੁਦਕੁਸ਼ੀ ਉੱਤੇ ਕਵਿਤਾਵਾਂ ਲਿਖੀਆਂ ਨੇ, ਭਰੂਣ ਹੱਤਿਆ ਦੇ ਉੱਤੇ ਕਵਿਤਾਵਾਂ ਲਿਖੀਆਂ ਨੇ, ਤੇ ਇਹ ਸ਼ੁਰੂਆਤੀ ਦੌਰ ਦੀਆਂ ਜਿਹੜੀਆਂ ਕਵਿਤਾਵਾਂ ਸੀ। ਪਰ ਜਦੋਂ ਇਹਨਾਂ ਨੂੰ ਲਿਖਦੇ ਲਿਖਦੇ, ਜਿਵੇਂ ਅੱਗੇ ਹੋਰ ਪੜ੍ਹਦੇ ਵੀ ਗਏ ਆ, ਸਿੱਖਦੇ ਗਏ ਆ, ਸਮਾਜ ਦੇ ਨਾਲ ਜੁੜਦੇ ਗਏ ਆ, ਅਖਬਾਰਾਂ ਨੂੰ ਪੜ੍ਹਿਆ ਹੈਗਾ ਆ, ਤੇ ਇਹਨਾਂ ਸਮੱਸਿਆਵਾਂ ਦੀ ਸਾਨੂੰ ਪਹਿਚਾਣ ਤੇ ਹੋ ਗਈ ਸੀ। ਪਰ ਇਹਨਾਂ ਸਮੱਸਿਆਵਾਂ ਦਾ ਜਿਹੜਾ ਜੜ ਹੈਗੀ ਹੈ, ਜਦੋਂ ਅਸੀਂ ਜੜ ਵੱਲ ਨੂੰ ਵੱਧਦੇ ਹੈਗੇ ਆ, ਤਾਂ ਫਿਰ ਉਹ ਸਥਾਪਤੀ ਜਿਹੜੀ ਹੈਗੀ ਹੈ ਉਹੀ ਜੜ ਮਹਿਸੂਸ ਹੁੰਦੀ ਹੈ। ਤੇ ਜਦੋਂ ਸਥਾਪਤੀ ਨੂੰ ਵੰਗਾਰਦੇ ਆ, ਫਿਰ ਸਥਾਪਤੀ ਦੀਆਂ ਜਿੰਨੀਆਂ ਵੀ ਧਿਰਾਂ ਹੈਗੀਆਂ ਨੇ, ਉਹ ਚਾਹੇ ਅਫਸਰਸ਼ਾਹੀ ਹੈ, ਚਾਹੇ ਰਾਜਾਸ਼ਾਹੀ ਹੈਗੀ ਹੈ, ਚਾਹੇ ਇਹ ਜਿਹੜੀ ਧਰਮ ਹੈਗਾ ਆ, ਜਾਂ ਜਾਤ ਪ੍ਰਬੰਧ ਹੈਗਾ ਆ, ਫਿਰ ਉਹਨਾਂ ਸਾਰਿਆਂ ਨੂੰ ਉਹ ਗੱਲਾਂ ਚੁੱਭਦੀਆਂ ਹੁੰਦੀਆਂ ਨੇ। ਕਿਉਂਕਿ ਮਿੱਠੀਆਂ ਮਿੱਠੀਆਂ ਗੱਲਾਂ ਸਾਰਿਆਂ ਨੂੰ ਵਧੀਆ ਲੱਗਦੀਆਂ ਨੇ, ਸਾਰਿਆਂ ਨੂੰ ਹੀ ਲੱਗਦਾ ਕਿ ਹਾਂ ਵੀ ਵਧੀਆ ਲਿਖਿਆ ਜਾ ਰਿਹਾ ਹੈਗਾ। ਅਗਰ ਖੁਦਕੁਸ਼ੀਆਂ 'ਤੇ ਲਿਖ ਰਿਹਾ ਆ, ਅਗਰ ਭਰੂਣ ਹੱਤਿਆ 'ਤੇ ਲਿਖ ਰਿਹਾ, ਅਗਰ ਦਾਜ ਪ੍ਰਥਾ ਦੇ ਉੱਤੇ ਲਿਖ ਰਿਹਾ ਆ, ਤੇ ਉਹ ਸਾਰਿਆਂ ਨੂੰ ਵਧੀਆ ਲੱਗਦਾ ਕਿ ਹਾਂ ਵੀ ਦਾਜ ਪ੍ਰਥਾ ਜਿਹੜੀ ਹੈਗੀ ਮਾੜੀ ਹੈ, ਸਾਰੇ ਕਹਿੰਦੇ ਨੇ ਮਾੜੀ ਹੈ, ਭਰੂਣ ਹੱਤਿਆ ਨੂੰ ਸਾਰੇ ਮਾੜੀ ਕਹਿੰਦੇ ਆ। ਪਰ ਜਦੋਂ ਇਹਦੀਆਂ ਜੜ੍ਹਾਂ ਤਲਾਸ਼ਣ ਦੀ ਕੋਸ਼ਿਸ਼ ਕਰਦੇ ਆ, ਜੜ੍ਹਾਂ ਫੜਨ ਦੀ ਕੋਸ਼ਿਸ਼ ਕਰਦੇ ਆ, ਫਿਰ ਉਹ ਉੱਥੇ ਹੀ ਜੜ੍ਹਾਂ ਨਿਕਲਦੀਆਂ ਨੇ ਜਿਨ੍ਹਾਂ ਨੂੰ ਇਹ ਗੱਲਾਂ ਚੁੱਭਵੀਆਂ ਲੱਗਦੀਆਂ ਨੇ, ਜਿਨ੍ਹਾਂ ਨੂੰ ਇਹ ਕਵਿਤਾ ਚੁੱਭਵੀਂ ਲੱਗਦੀ ਹੈ, ਫਿਰ ਉੱਥੇ ਹੀ ਜਾ ਕੇ ਇਹ ਜੜ੍ਹਾਂ ਨਿਕਲਦੀਆਂ ਨੇ। ਇਸ ਕਰਕੇ ਚੁੱਭਵੀਆਂ ਲੱਗਣਗੀਆਂ ਹੀ। ਠੀਕ। ਇਹਦੇ ਵਿੱਚ ਜਿਹੜੇ ਇਹ ਤੁਹਾਡੀ ਕਵਿਤਾ ਨੇ ਇੱਕ ਰੰਗ ਲਿਆ ਵਿਸ਼ੇਸ਼। ਕੋਈ ਤੁਹਾਡਾ ਇੱਕ ਇੱਕ ਅੱਜ ਦੀ ਡੇਟ 'ਚ ਦੇਖੀਏ ਕਿ ਤੁਹਾਡਾ ਪਾਠਕ ਵਰਗ ਆ ਜਿਹੜਾ ਕਿ ਤੁਹਾਨੂੰ ਸੁਣਨਾ ਪਸੰਦ ਕਰਦਾ, ਜੀ। ਤੇ ਇੱਕ ਚੀਜ਼ ਇਹ ਵੀ ਰਹਿੰਦੀ ਹੈ ਕਿ ਕੁਛ ਮੇਰੇ ਖਿਆਲ 'ਚ ਤੁਸੀਂ ਤਾਂ ਇਸ ਚੀਜ਼ ਨੂੰ ਕਾਫੀ ਜ਼ਿਆਦਾ ਸਹਿਣ ਕੀਤਾ। ਸ਼ਾਇਦ ਤੁਹਾਨੂੰ ਆਮ ਕਿਸੇ ਕਵਿਤਾ ਨੂੰ ਕੋਈ ਇਨਾਮ ਵਗੈਰਾ ਵਧੀ ਲੈ ਜਾਂਦਾ, ਪਰ ਤੁਹਾਡੇ ਲਈ ਤਾਂ ਤੁਹਾਡੀ ਕਵਿਤਾ ਇੱਕ ਟ੍ਰੈਜਡੀ ਦੇ ਰੂਪ ਦੇ ਵਿੱਚ ਲੈ ਕੇ ਆਈ ਆ ਤੁਹਾਡੇ ਲਈ ਕਾਫੀ ਚੀਜ਼ਾਂ। ਤੇ ਕੀ ਤੁਸੀਂ ਆਪਣੀ ਕਵਿਤਾ ਤੋਂ ਨਿਰਾਸ਼ ਵੀ ਹੁੰਦੇ ਹੋ ਕਦੇ, ਜਾਂ ਇਹ ਚੀਜ਼ਾਂ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਕਿ ਜਿੰਨਾ ਤੁਹਾਡੇ ਨਾਲ ਸਮਾਜ ਤੁਹਾਡੇ ਨਾਲ ਲੜਿਆ, ਤੁਸੀਂ ਉਹ ਤੋਂ ਬਿਹਤਰ ਚੀਜ਼ਾਂ ਕੱਢ ਕੇ ਲੈ ਕੇ ਆਉਂਦੇ ਰਹੇ ਹੋ? ਨਹੀਂ, ਇਹ ਬਿਲਕੁਲ ਸਹੀ ਹੈਗਾ ਆ। ਉਹਦੇ ਵਿੱਚੋਂ ਬਿਹਤਰ ਚੀਜ਼ਾਂ ਹੀ ਨਿਕਲ ਕੇ ਆਈਆਂ ਨੇ, ਕਿਉਂਕਿ ਜਦੋਂ ਸਮਾਜ ਦੇ ਸਿੱਧੇ ਸਿੱਧੇ ਅਸੀਂ ਰੂਬਰੂ ਹੁੰਦੇ ਹਾਂ, ਕਿਉਂਕਿ ਜਿਹੜੇ ਸਾਡੀ ਕਵਿਤਾ ਦੀ ਸਿਫਤ ਕਰਦੇ ਨੇ ਜਾਂ ਉਹਦੀ ਸਰਾਹਨਾ ਕਰਦੇ ਨੇ, ਉਹਨੂੰ ਵਧੀਆ ਕਹਿੰਦੇ ਨੇ, ਉੱਥੇ ਸਾਡਾ ਆਮਣੇ ਸਾਹਮਣੇ ਸੰਵਾਦ ਨਹੀਂ ਹੋ ਪਾਉਂਦਾ ਹੈਗਾ ਆ, ਕਿਉਂਕਿ ਉਹਨਾਂ ਨੇ ਜੋ ਅਸੀਂ ਲਿਖਿਆ ਉਹਦੇ ਨਾਲ ਸਹਿਮਤ ਹੁੰਦੇ ਨੇ, ਤੇ ਉੱਥੇ ਤੇ ਗੱਲ ਖਤਮ ਹੋ ਜਾਂਦੀ ਹੈਗੀ ਹੈ। ਪਰ ਜਿਹੜੇ ਅਸਹਿਮਤ ਹੁੰਦੇ ਨੇ, ਜਿਹੜੇ ਉਹਦੇ ਨਾਲ ਸਹਿਮਤ ਨਹੀਂ ਹੁੰਦੇ, ਉਹਦੀ ਸ਼ਬਦਾਵਲੀ ਦੇ ਨਾਲ ਜਾਂ ਉਹਦੇ ਬਣਤਰ ਦੇ ਨਾਲ ਸਹਿਮਤ ਨਹੀਂ ਹੁੰਦੇ ਹੈਗੇ ਹੈ, ਫਿਰ ਉਹ ਇੱਕ ਤਰ੍ਹਾਂ ਨਾਲ ਸੰਵਾਦ ਚੱਲ ਰਿਹਾ ਹੁੰਦਾ ਹੈਗਾ ਆ ਕਿ
ਜਿਹੜਾ ਸਾਹਮਣੇ ਵਾਲਾ ਆ ਸਰੋਤਾ ਆ ਉਹ ਅਸਹਿਮਤ ਕਿਉਂ ਹੈਗਾ ਆ, ਉਹਦੇ ਕਾਰਨ ਤਲਾਸ਼ਣ ਦੀ ਕੋਸ਼ਿਸ਼ ਕਰਦੇ ਆ। ਤੇ ਕਈ ਵਾਰ ਤੇ ਇਹ ਹੁੰਦਾ ਹੈਗਾ ਆ ਕਿ ਜਿਹੜਾ ਹੈਗਾ ਆ ਪਾਠਕ, ਬਹੁਤੇ ਪਾਠਕ ਉਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਕਦੇ ਕਵਿਤਾ ਪੜ੍ਹੀ ਨਹੀਂ ਹੁੰਦੀ, ਪਰ ਉਹ ਮੇਰੀ ਕਵਿਤਾ 'ਤੇ ਲਾਜ਼ਮੀ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੁਝ ਨਾ ਕੁਝ ਕੰਟਰੋਵਰਸੀ ਹੋਏਗਾ। ਅਤੇ ਉਹਨਾਂ ਦਾ ਜਿਹੜਾ ਲੈਵਲ ਹੈਗਾ ਆ ਉਹਦੀ ਸਮਝ ਆਉਂਦੀ ਹੈਗੀ ਹੈ। ਅਤੇ ਉਹਨਾਂ ਦੇ ਹੱਕ ਵਿੱਚ ਜਦੋਂ ਕਈ ਵੱਡੇ ਵੱਡੇ ਸਥਾਪਿਤ ਲੇਖਕ ਵੀ ਜਿਹੜੇ ਹੈਗੇ ਆ ਉਹਨਾਂ ਦੇ ਪੱਖ ਦੀ ਹੀ ਗੱਲ, ਉਸੇ ਹੀ ਪੱਖ ਦੀ ਗੱਲ ਕਰ, ਉਹਨਾਂ ਦੇ ਪੱਖ ਦੀ ਨਹੀਂ ਪਰ ਉਸੇ ਹੀ ਪੱਖ ਦੀ ਗੱਲ ਕਰਨ ਲੱਗ ਪੈਂਦੇ ਆ, ਫਿਰ ਉਦੋਂ ਜਿਹੜਾ ਹੈਗਾ ਆ ਉਹਦੇ ਵਿੱਚੋਂ ਫਿਰ ਹੋਰ ਵੀ ਕੁਝ ਨਿਕਲ ਕੇ ਆਉਂਦਾ ਹੈਗਾ ਆ। ਉਹ ਫਿਰ ਅਗਲੀ ਕਵਿਤਾ ਦੇ ਵਿੱਚ ਜਾਂ ਕਹਾਣੀ ਦੇ ਵਿੱਚ ਜਾਂ ਲੇਖ ਦੇ ਵਿੱਚ ਜਾਂ ਵਿਅੰਗ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਫਿਰ ਉਹ ਸਾਹਮਣੇ ਆ ਜਾਂਦਾ ਹੈਗਾ ਆ। ਸੋ ਇਹਦੇ ਤੋਂ ਸਿੱਖਦੇ ਆ, ਜੇ ਸਾਨੂੰ ਕੋਈ ਮਾੜਾ ਚੰਗਾ ਬੋਲਦਾ ਹੈਗਾ ਆ ਤੇ ਉਹ ਮਾੜਾ ਚੰਗਾ ਬੋਲਦਾ ਹੈਗਾ ਆ, ਉਹਦੀ ਇੰਨੀ ਕੁ ਸਮਝ ਆਉਂਦੀ ਹੈਗੀ ਹੈ ਕਿ ਜਿਹੜਾ ਮਾੜਾ ਚੰਗਾ ਬੋਲਦਾ ਆ ਇਹਨੂੰ ਸਾਡੀ ਗੱਲ ਸਮਝ ਨਹੀਂ ਆਈ ਹੈਗੀ ਹੈ। ਅਤੇ ਦੂਸਰਾ ਇਹ ਹੈਗਾ ਆ ਕਿ ਜਿਸ ਸਮਾਜ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਉਸ ਸਮਾਜ ਦੇ ਵਿੱਚ ਕੀ ਕਾਰਨ ਹੈਗਾ ਆ ਕਿ ਇਹ ਸਧਾਰਨ ਗੱਲਾਂ ਵੀ ਜਿਹੜੀਆਂ ਨੇ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਔਰ ਆਮ ਲੋਕ ਜਿਹੜੇ ਹੈਗੇ ਨੇ, ਕੁਝ ਲੋਕ ਜਿਹੜੇ ਹੈ ਕਾਫੀ ਬੜੀ ਛੇਤੀ ਜਿਹੜੇ ਹੈਗੇ ਗੁੱਸੇ ਵਿੱਚ ਆ ਜਾਂਦੇ ਨੇ ਅਤੇ ਉਹ ਗੁੱਸੇ ਦਾ ਕਾਰਨ ਕੀ ਹੈਗਾ ਆ ਅਤੇ ਉਹ ਗੁੱਸੇ ਦਾ ਕਾਰਨ ਲੱਭਦੇ ਆ। ਸੋ ਇਹਦੇ ਵਿੱਚੋਂ ਨਵੀਆਂ ਨਵੀਆਂ ਜਿਹੜੀਆਂ ਰਚਨਾਵਾਂ ਨੇ, ਨਵੇਂ ਨਵੇਂ ਖਿਆਲ ਨੇ, ਫਿਰ ਉਹ ਸਾਹਮਣੇ ਆਉਂਦੇ ਨੇ, ਉਹਨਾਂ ਨੂੰ ਅਸੀਂ ਸਾਹਮਣੇ ਰੱਖਦੇ ਰਹਿੰਦੇ ਹਾਂ। ਜਿਵੇਂ ਤੁਹਾਡੀ ਕਵਿਤਾ ਆਪਾਂ ਪੜ੍ਹਦੇ ਆ, ਸੁਣਦੇ ਆ, ਤਾਂ ਇੱਕ ਚੀਜ਼ ਇਹ ਰਹਿੰਦੀ ਹੈ ਕਿ ਜਿਹੜੇ ਸਮਾਜਿਕ ਵਰਤਾਰੇ ਹੋ ਰਹੇ ਨੇ ਉਹਨਾਂ ਦੇ ਬਹੁਤ ਨੇੜੇ ਖੜੀ ਹੁੰਦੀ ਹੈ ਤੁਹਾਡੀ ਕਵਿਤਾ। ਜਿਵੇਂ ਕੋਈ ਘਟਨਾ ਹੁੰਦੀ ਤਾਂ ਤੁਸੀਂ ਉਸ ਘਟਨਾ ਦੇ ਬਹੁਤ ਨਾਲ ਦੀ ਨਾਲ ਇੱਕ ਕਵਿਤਾ ਤੁਹਾਡੀ ਹੁੰਦੀ ਆ। ਤੇ ਇਹ ਚੀਜ਼ਾਂ ਦੇ ਵਿੱਚ ਇਹ ਵੀ ਹੋ ਜਾਂਦਾ ਕਿ ਜਿਹੜੀ ਸਥਾਪਤੀ ਆ ਉਹਦੇ ਕਈ ਹੋਰ ਆਪਾਂ ਕਹਿ ਸਕਦੇ ਹਾਂ, ਜਿਵੇਂ ਇੱਕ ਧਰਮ ਪੱਖ ਹੋ ਗਿਆ ਜਾਂ ਇੱਕ ਸਮਾਜ ਪੱਖ ਹੋ ਗਿਆ, ਤਾਂ ਉਹ ਇੱਕ ਜਿਵੇਂ ਆਪਾਂ ਧਰਮ ਦਾ ਹੀ ਪੱਖ ਲੈ ਲੈਂਦੇ ਹਾਂ ਤਾਂ ਧਰਮ ਦੇ ਮਾਮਲੇ 'ਚ ਤੁਸੀਂ ਕਾਫੀ ਤਿੱਖੇ ਹੋ ਜਾਂਦੇ ਹੋ ਨਾ, ਤੁਹਾਡੀਆਂ ਕਵਿਤਾਵਾਂ ਬਹੁਤ ਤਿੱਖੀਆਂ ਰਹਿੰਦੀਆਂ ਨੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਆਮ ਪਾਠਕ ਆ ਜਿਹੜਾ ਧਰਮ ਦੇ ਵਿੱਚ ਜਿਹਦੀ ਆਸਥਾ, ਕਿਤੇ ਨਾ ਕਿਤੇ ਸ਼ਾਇਦ ਉਹਦੀਆਂ ਭਾਵਨਾਵਾਂ ਨੂੰ ਵੀ ਥੋੜੀ ਠੇਸ ਲੱਗਦੀ ਹੈ। ਕੀ ਤੁਸੀਂ ਇਹਦੇ ਬਾਰੇ ਅਵੇਅਰ ਰਹਿੰਦੇ ਹੋ ਕਿ ਜਿਹੜੀ ਇਹ ਮੇਰੀ ਕਵਿਤਾ ਇੱਕ ਸਥਾਪਤੀ ਦੇ ਉਲਟ ਤਾਂ ਚੱਲੇ ਰਹੀ ਹੈ ਕਿ ਜਿਹੜਾ ਆਮ ਬੰਦਾ ਜਿਹੜਾ ਸਮਾਜ ਦੇ ਵਿੱਚ ਇੱਕ ਧਰਮ ਲਈ ਵਿਸ਼ੇਸ਼ ਲਈ ਸ਼ਰਧਾ ਰੱਖਦਾ ਉਹਦੇ ਭਾਵਨਾਵਾਂ ਤੇ ਕਿਤੇ ਚੋਟ ਕਰਦੀ ਹੈ, ਇਹਦੇ ਬਾਰੇ ਤੁਸੀਂ ਅਵੇਅਰ ਹੁੰਦੇ ਹੋ ਉਸ ਮਾਮਲੇ ਦੇ ਵਿੱਚ? ਬਿਲਕੁਲ ਜੀ, ਬਿਲਕੁਲ ਅਵੇਅਰ ਹੁੰਦੇ ਆ। ਸਭ ਤੋਂ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਸਾਹਿਤ ਦੀ ਜਦੋਂ ਗੱਲ ਕਰਦੇ ਆ ਤਾਂ ਅਸੀਂ ਕਬੀਰ ਸਾਹਿਬ ਨੂੰ ਪੜ੍ਹੀਏ, ਫਰੀਦ ਹੋਰਾਂ ਨੂੰ ਪੜ੍ਹੀਏ, ਵਾਰਿਸ ਸ਼ਾਹ ਨੂੰ ਪੜ੍ਹੀਏ, ਤੇ ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਹੋਈਆਂ ਨੇ ਇਹਦੇ ਸਥਾਪਤੀ ਦੇ ਖਿਲਾਫ, ਧਰਮ ਦੇ ਖਿਲਾਫ। ਇਹ ਜਿਹੜੀਆਂ ਬਣੀਆਂ ਬਣਾਈਆਂ ਧਾਰਨਾਵਾਂ ਹੈਗੀਆਂ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਗੱਲਾਂ ਕੀਤੀਆਂ ਹੋਈਆਂ ਨੇ। ਉਸ ਤੋਂ ਬਾਅਦ ਅਸੀਂ ਅੱਜ ਦੇ ਦੌਰ ਦੇ ਵਿੱਚ ਆ ਜਾਂਦੇ ਹਾਂ, ਬਲਦੇਵ ਸਿੰਘ ਸੜਕਨਾਮਾ ਹੋਰੀ ਅਤੇ ਇੱਕ ਉਰਦੂ ਦੇ ਸ਼ਾਇਰ ਨੇ ਕਾਫੀ ਵਧੀਆ, ਪੰਜਾਬੀ ਦੇ, ਲੁਧਿਆਣੇ ਤੋਂ ਨੇ, ਮੈਨੂੰ ਤੁਹਾਨੂੰ ਜੇ ਨਾਮ ਯਾਦ ਆ ਜੇ ਤਾਂ ਮੈਨੂੰ ਦੱਸ ਦਿਓ। ਬਜ਼ੁਰਗ ਨੇ, ਲਖਨਊ ਵਿੱਚ ਵੀ ਰਹਿੰਦੇ ਰਹੇ ਨੇ ਉਹ, ਠੀਕ ਹੈ। ਅਤੇ ਉਹਨਾਂ ਨੇ ਵੀ ਕਾਫੀ ਤਿੱਖੀਆਂ ਕਵਿਤਾਵਾਂ ਨੇ ਜਿਹੜੀਆਂ ਇਹਦੀ ਸਥਾਪਤੀ ਦੇ ਖਿਲਾਫ, ਧਰਮ ਦੇ ਖਿਲਾਫ ਲਿਖੀਆਂ ਨੇ। ਪਰ ਗੱਲ ਇਹ ਹੈਗੀ ਹੈ ਕਿ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਆਮ ਲੋਕਾਂ ਤੱਕ ਪਹੁੰਚੀਆਂ ਨਹੀਂ, ਜਾਂ ਆਮ ਲੋਕਾਂ ਨੇ ਕਵਿਤਾ ਨੂੰ ਉਸ ਤਰੀਕੇ ਨਾਲ ਲਿਆ ਹੀ ਨਹੀਂ ਹੈਗਾ ਆ ਕਿ ਕਵਿਤਾ ਵੀ ਕੋਈ ਪੜ੍ਹਨ ਵਾਲੀ ਚੀਜ਼ ਹੈਗੀ ਹੈ। ਪਰ ਜਿਹੜੀ ਮੇਰੀ ਕਵਿਤਾ ਸੀ, ਇਸ ਕਵਿਤਾ ਨੂੰ ਜਿਹੜਾ ਹੈਗਾ ਆ ਆਮ ਲੋਕਾਂ ਨੇ ਉੱਡ ਕੇ ਲਿਆ ਹੈਗਾ ਆ ਕਿ ਇਹ ਕੋਈ ਪੜ੍ਹਨ ਵਾਲੀ ਚੀਜ਼ ਹੈ, ਇਹਦੇ ਵਿੱਚ ਕੁਝ ਨਾ ਕੁਝ ਹੋਏਗਾ। ਇਹਦੇ ਨਾਲ ਮਸ਼ਹੂਰੀ ਵੀ ਹੋਈ ਹੈ, ਬਦਨਾਮੀ ਵੀ ਹੋਈ ਹੈ। ਅਤੇ ਪਰ ਇਹਨਾਂ ਦੋਵਾਂ ਗੱਲਾਂ ਵਿੱਚੋਂ ਜਿਹੜੀ ਨਿੱਤਰ ਕੇ ਗੱਲ ਸਾਹਮਣੇ ਆਉਂਦੀ ਹੈਗੀ ਹੈ ਕਿ ਉਸ ਕਵਿਤਾ ਬਾਰੇ, ਮੇਰੀ ਜਿਹੜੀ ਕਵਿਤਾ ਹੈਗੀ ਹੈ ਉਹਦੇ ਬਾਰੇ ਸਾਹਿਤਕਾਰ ਜਿਹੜੇ ਨੇ, ਆਲੋਚਕ ਨੇ, ਉਹ ਕੀ ਨਜ਼ਰੀਆ ਰੱਖਦੇ ਨੇ। ਕਿਉਂਕਿ ਹਰੇਕ ਪਾਠਕ ਦਾ ਆਪਣੀ ਸਮਝ ਦਾ, ਆਪਣੀ ਪੱਧਰ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਆ। ਪਰ ਆਲੋਚਕ ਦਾ ਜਿਹੜਾ ਨਜ਼ਰੀਆ ਹੁੰਦਾ ਹੈਗਾ ਆ, ਉਹਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਨੇ, ਉਹਦੇ ਵਿੱਚੋਂ ਨਜ਼ਰੀਆ ਝਲਕ ਕੇ ਸਾਹਮਣੇ ਆਉਂਦਾ ਆ। ਸੋ ਉਸ ਪੱਧਰ ਤੱਕ ਦੀ ਜਿਹੜੀ ਆਲੋਚਨਾ ਹੈਗੀ ਹੈ, ਮੈਂ ਸੋਚਦਾ ਹਾਂ ਕਈ ਵਾਰ ਕਿ ਉਹ ਮੇਰੀ ਕਵਿਤਾ ਦੀ ਉਸ ਤਰੀਕੇ ਨਾਲ ਆਲੋਚਨਾ ਹੋਈ ਨਹੀਂ ਹੈ। ਅਤੇ ਜਿਹੜੀ ਕੁਝ ਸਾਹਿਤਕਾਰਾਂ ਨੇ ਕੀਤੀ ਵੀ ਹੈਗੀ ਹੈ, ਉਹ ਸਮਾਜਿਕ ਪ੍ਰਭਾਵ ਨੂੰ ਕਬੂਲ ਕੇ ਆਲੋਚਨਾ ਕਰਦੇ ਆ। ਇਹ ਤੁਸੀਂ ਮੰਨਦੇ ਹੋ ਕਿ ਜਿਹੜੇ ਸਥਾਪਤ ਜਿਹੜੇ ਲੇਖਕ ਨੇ, ਜਿਹੜੇ ਕਵੀ ਨੇ, ਸ਼ਾਇਦ ਉਹਨਾਂ ਵੱਲੋਂ ਤੁਹਾਡੀ ਕਵਿਤਾ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਵਾਰ-ਵਾਰ? ਇਹ ਚੀਜ਼ ਦੇ ਨਾਲ ਤੁਹਾਡੀ ਲੱਗਦਾ ਇੱਕ ਗੱਲ ਹੈ ਕਿ ਜਾਣਬੁੱਝ ਕੇ ਉਹ ਚੀਜ਼ਾਂ ਨੂੰ, ਕਵਿਤਾ ਨੂੰ ਪੜ੍ਹ ਕੇ ਵੀ ਜ਼ਿਆਦਾਤਰ ਇਗਨੋਰ ਕਰ ਰਹੇ ਨੇ, ਜਾਂ ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਨੇ ਜਿਹਦੇ ਨਾਲ ਉਹ ਇੱਕ ਤਰ੍ਹਾਂ ਤੁਹਾਡੀ ਕਵਿਤਾ ਤੋਂ ਹੀ ਪਾਸਾ ਵੱਟ ਰਹੇ ਨੇ? ਇਹੋ ਜਿਹੀ ਚੀਜ਼ ਕਦੇ ਮਹਿਸੂਸ ਹੁੰਦੀ ਹੈ ਤੁਹਾਨੂੰ?
ਨਹੀਂ, ਪਹਿਲੇ ਤੇ ਸਾਨੂੰ ਇਹਦੇ ਜਿਹੜਾ ਹੈਗਾ ਹੈ ਨਾ, ਇਹ ਵੇਖਣਾ ਪਏਗਾ ਕਿ ਅਸੀਂ ਇਹ ਜਿਹੜੇ ਸਥਾਪਿਤ ਹੈਗੇ ਨੇ ਸਾਹਿਤਕਾਰ, ਉਹਨਾਂ ਦੀ ਵਰਗ ਵੰਡ ਕਰਨੀ ਪਏਗੀ, ਕਿਉਂਕਿ ਕੁਝ ਇਹੋ ਜਿਹੇ ਵੀ ਨੇ ਜਿਨ੍ਹਾਂ ਦੀਆਂ ਕਿਤਾਬਾਂ ਬਹੁਤ ਛਪੀਆਂ ਨੇ ਪਰ ਉਹਨਾਂ ਕਿਤਾਬਾਂ ਵਿੱਚ ਹੁੰਦਾ ਕੁਝ ਖਾਸ ਹੈ ਨਹੀਂ ਆ, ਤੇ ਉਹ ਆਪਣੇ ਹੀ ਜਿਹੜੇ ਦੋਸਤਾਂ ਮਿੱਤਰਾਂ ਦੇ ਘੇਰੇ ਤੱਕ, ਰਿਸ਼ਤੇਦਾਰਾਂ ਤੱਕ ਹੀ ਉਹ ਜਿਹੜੀ ਹੈ ਇੱਕ ਦੀਵਾਲੀ ਗਿਫਟ ਵਾਂਗੂ ਲੈਣ ਦੇਣ ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ, ਵਿਕਦੀਆਂ ਵੁਕਦੀਆਂ ਹੈ ਨਹੀਂ ਆ। ਅਤੇ ਕਵਿਤਾ ਦਾ ਤਾਂ ਵੈਸੇ ਵੀ ਜਿਹੜਾ ਹੈਗਾ ਆ ਮਾੜਾ ਹੀ ਹਾਲ ਹੈਗਾ ਆ ਕਿ ਪੰਜਾਬੀ ਦੇ ਵਿੱਚ ਜਿਹੜੀ ਕਵਿਤਾ ਹੈਗੀ ਹੈ ਉਹਦੀਆਂ ਕਿਤਾਬਾਂ ਬਹੁਤ ਘੱਟ ਵਿਕਦੀਆਂ ਨੇ। ਮੇਰੀ ਇੱਕ ਵਾਰ ਜਸਵੀਰ ਬੇਗਮਪੁਰੀ ਹੋਰਾਂ ਨਾਲ ਗੱਲ ਹੋਈ ਸੀ, ਉਹਨਾਂ ਦੀ ਮੈਂ ਸਟਾਲ 'ਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਖੜ੍ਹਾ ਸੀ, ਅਤੇ ਉੱਥੇ ਮੈਂ ਦੇਖਿਆ ਉਹਨਾਂ ਦਾ ਕਿ ਜਿਹੜੀ ਕਵਿਤਾ ਦੀ ਕਿਤਾਬ ਹੈਗੀ ਉਹ ਬਾਕੀ ਕਿਤਾਬਾਂ ਦੇ ਨਾਲ ਉਹਨਾਂ ਨੂੰ ਪਾਠਕਾਂ ਨੂੰ ਫ੍ਰੀ ਦੇ ਰਹੇ ਸੀ, ਆਹ ਲੈ ਜਾਓ। ਔਰ ਉਹ ਵੱਡੇ ਵੱਡੇ ਲੇਖਕਾਂ ਦੀਆਂ, ਵੱਡੇ ਵੱਡੇ ਕਵੀਆਂ ਦੀਆਂ ਕਿਤਾਬਾਂ ਸੀ ਜਿਹੜੀਆਂ ਉਹਨਾਂ ਨੂੰ ਫ੍ਰੀ ਦੇ ਰਹੇ ਸੀ ਕਿ ਇਹ ਵਿਕਦੀਆਂ ਹੈ ਨਹੀਂ ਹੈ। ਉਹ ਕਹਿੰਦੇ ਕਿ ਸਾਡੇ ਕੋਲ ਛੱਡ ਜਾਂਦੇ ਨੇ ਕਿ ਜੇ ਵਿਕ ਗਈ ਤਾਂ ਠੀਕ ਹੈ, ਪੈਸੇ ਤੂੰ ਰੱਖ ਲਈ, ਅਤੇ ਜੇ ਨਹੀਂ ਵਿਕੀ ਤਦ ਵੀ ਕੋਈ ਗੱਲ ਨਹੀਂ, ਤੂੰ ਆਪਣੇ ਕੋਲ ਰੱਖ ਲੈ ਕੇ ਤੇਰੇ ਸਟਾਲ 'ਤੇ ਪਈ ਤੇ ਹੋਏਗੀ ਸਾਡੀ ਕਿਤਾਬ। ਅਤੇ ਫਿਰ ਉਹ ਉਸ ਕਿਤਾਬ ਨੂੰ ਇਸ ਤਰੀਕੇ ਨਾਲ ਕੱਢਦੇ ਹੈ ਕਿ ਜਿਹਨੇ ਕਿਤਾਬਾਂ ਲਈਆਂ ਨੇ ਉਹਦੇ ਨਾਲ ਚੱਲ ਆ ਵੀ ਲੈ ਜਾ, ਇਹਦਾ ਤੈਨੂੰ ਕੋਈ ਪੈਸੇ ਨਹੀਂ ਲਾਉਣੇ ਹੈਗੇ ਹੈ। ਸੋ ਇਸ ਤਰ੍ਹਾਂ ਦੇ ਦੌਰ ਵਿੱਚ ਜਿਹੜੇ ਹੈਗੇ ਨੇ, ਫਿਰ ਸਾਨੂੰ ਵੇਖਣਾ ਪਏਗਾ ਕਿ ਜਿਹੜੇ ਸਥਾਪਿਤ ਸਾਹਿਤਕਾਰ ਹੈਗੇ ਨੇ ਉਹ ਕਿਹੜੇ ਹੈਗੇ ਨੇ ਜਿਹੜੇ ਮੇਰੀ ਕਵਿਤਾ ਦਾ ਮੁੱਲ ਪਾ ਰਹੇ ਨੇ, ਔਰ ਕਿਹੜੇ ਨਹੀਂ ਹੈਗੇ ਨੇ ਜਿਹੜੇ ਮੁੱਲ ਨਹੀਂ ਪਾ ਰਹੇ। ਜੇ ਮੈਂ ਤੁਹਾਡੀ ਹੀ ਗੱਲ ਕਰਾਂ ਤਾਂ ਤੁਸੀਂ ਮੇਰੇ ਖਿਆਲ 1 ਜਾਂ 2 ਵਾਰ ਮੇਰੇ ਰੂਬਰੂ ਪ੍ਰੋਗਰਾਮ ਕਰਵਾਏ ਨੇ। ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਜਿਹੜੇ ਸਥਾਪਿਤ ਸਾਹਿਤਕਾਰ ਹੈਗੇ ਨੇ ਉਹ ਮੈਨੂੰ ਇਗਨੋਰ ਕਰ ਰਹੇ ਨੇ ਜਾਂ ਮੇਰੀਆਂ ਕਵਿਤਾਵਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ, ਸਾਹਿਤ ਸਭਾਵਾਂ ਹੈਗੀਆਂ ਨੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਹੈਗਾ ਆ ਅਤੇ ਮਾਣ ਸਨਮਾਨ ਕੀਤਾ ਹੈਗਾ ਆ, ਉਚੇਚ ਨਾਲ ਜਿਹੜਾ ਹੈਗਾ ਮੈਨੂੰ ਸੁਣਿਆ ਵੀ ਹੈਗਾ ਆ। ਸੋ ਉਹ ਜਿਹੜੇ ਸਾਹਿਤਕਾਰ ਹੈਗੇ ਨੇ ਬੇਸ਼ੱਕ ਉਹ ਮੇਰੇ ਨਾਮ ਨਾਲ ਜੁੜੇ ਹੋਏ ਵਿਵਾਦਿਤ ਮਾਮਲਿਆਂ ਦੇ ਉੱਤੇ ਚੁੱਪ ਧਾਰ ਲੈਂਦੇ ਨੇ, ਪਰ ਮੇਰੀ ਕਵਿਤਾ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਹੇ ਹੈਗੇ ਆ, ਇੱਥੋਂ ਤੱਕ ਮੈਨੂੰ ਲੱਗਦਾ ਆ। ਬਿਲਕੁਲ ਸਹੀ ਗੱਲ ਆ। ਤੇ ਦੇਖੋ, ਇੱਕ ਜਿਵੇਂ ਤੁਹਾਡੀ ਕਵਿਤਾ ਦਾ ਇੱਕ ਸੁਭਾਅ ਇਹ ਆ ਕਿ ਚੀਜ਼ਾਂ ਜਿਹੜੀਆਂ ਘਟਨਾਵਾਂ ਨੇ, ਸਮਾਜਿਕ ਵਰਤਾਰੇ ਨੇ, ਉਹਨਾਂ ਤੇ ਇੱਕ ਡੂੰਘੀ ਪਕੜ ਹੁੰਦੀ ਆ ਤੁਹਾਡੀ। ਉਹ ਤੁਸੀਂ ਉਸ ਘਟਨਾਵਾਂ ਨੂੰ ਸਮਝਦੇ ਹੋ ਤਾਂ ਉੱਤੇ ਕੁਛ ਉਹਨਾਂ ਘਟਨਾਵਾਂ ਤੋਂ ਬਾਅਦ ਬਿਹਤਰ ਚੀਜ਼ਾਂ ਕੱਢ ਕੇ ਲੈ ਕੇ ਆਉਂਦੇ ਉਹਦੇ ਚੋਂ। ਤੇ ਇਸ ਤਰ੍ਹਾਂ ਅੱਜ ਦਾ ਇੱਕ ਕਿਸਾਨ ਸੰਘਰਸ਼ ਆ ਰਿਹਾ, ਚੱਲ ਰਿਹਾ ਆਪਣੇ ਜੀ, ਤੇ ਬਹੁਤ ਸਫਲਤਾਪੂਰਵਕ ਚੱਲ ਰਿਹਾ। ਤੇ ਕਿਤੇ ਨਾ ਕਿਤੇ ਜਿਹੜੀਆਂ ਤੁਹਾਡੀਆਂ ਪਹਿਲੀਆਂ ਕਵਿਤਾਵਾਂ ਮੈਂ ਦੇਖ ਰਿਹਾ ਸੀਗਾ ਜਿਹਦੇ 'ਚ ਇੱਕ ਸਮਾਜਿਕ, ਇੱਕ ਵਿਸ਼ੇਸ਼ ਧਰਮ ਦੇ ਲੋਕ ਉਸ ਸੰਘਰਸ਼ ਲਈ ਜਾ ਰਹੇ ਨੇ, ਘੋੜਿਆਂ ਤੇ ਜਾ ਰਹੇ ਨੇ, ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਤੁਹਾਡਾ ਧਰਮ ਦੇ ਮਾਮਲੇ 'ਚ ਨਜ਼ਰੀਆ ਚੇਂਜ ਹੋ ਰਿਹਾ। ਸ਼ਾਇਦ ਤੁਸੀਂ ਉਹ ਜਿਹੜੇ ਵਰਤਾਰੇ ਸੀ ਉਹਦੇ ਵਿੱਚੋਂ ਕੁਝ ਪੋਜ਼ੀਟਿਵ ਚੀਜ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਕਿ ਮੈਂ ਤੁਹਾਡੀਆਂ ਜਿਹੜੀਆਂ ਸਟਾਰਟਿੰਗ ਦੇ ਵਿੱਚ ਕਵਿਤਾਵਾਂ ਪੜ੍ਹ ਰਿਹਾ ਜੀ, ਉਹ ਕੁਛ ਉਹ ਚੇਂਜ ਆ ਰਹੀ ਸੀ, ਜਾਂ ਜੇ ਅੱਜ ਜਿਹੜਾ ਕਿਸਾਨ ਸੰਘਰਸ਼ ਅੱਜ ਦੇ ਦੌਰ ਤੱਕ ਪਹੁੰਚ ਚੁੱਕਿਆ ਉਹਦੇ ਵਿੱਚ ਕੀ ਤੁਹਾਡੀ ਇੱਕ ਜਿਹੜਾ ਤੁਹਾਡੀ ਆਪਣੀ ਪਕੜ ਕਿੰਨੀ ਕੁ ਆ, ਉਹਦੇ ਬਾਰੇ ਕੁਛ ਦੱਸੇਂਗੇ ਸਾਨੂੰ? ਦੇਖੋ, ਉਹ ਜਦੋਂ ਕਿਸਾਨ ਸੰਘਰਸ਼ ਜਿਹੜਾ ਹੈਗਾ ਆ ਸ਼ੁਰੂਆਤੀ ਦੌਰ ਵਿੱਚ, ਸ਼ੁਰੂਆਤ ਤਾਂ ਇਹਦੀ ਕਾਫੀ ਸਮੇਂ ਤੋਂ ਹੋ ਗਈ ਸੀ, ਪਰ ਦਿੱਲੀ ਜਾਣ ਦੇ ਜਿਹੜਾ ਸ਼ੁਰੂਆਤੀ ਦੌਰ ਸੀ ਉਸ ਦੌਰ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੇ ਲੋਕ ਜਿਹੜੇ ਆ ਇਸ ਸੰਘਰਸ਼ ਦੇ ਨਾਲ ਜੁੜੇ। ਉਹ ਧਰਮਾਂ ਤੋਂ ਰਹਿਤ ਹੋ ਕੇ ਜੁੜੇ ਸੀ, ਉਹ ਕਿਸੇ ਧਰਮ ਦਾ ਝੰਡਾ ਚੁੱਕ ਕੇ ਨਹੀਂ ਗਏ ਸੀ। ਔਰ ਉਹਨਾਂ ਨੇ ਮਤਲਬ ਕਿ 26 ਜਨਵਰੀ ਤੋਂ ਪਹਿਲੇ ਤੱਕ ਜਿਹੜਾ ਹੈਗਾ ਆ ਬੜੇ ਵਧੀਆ ਤਰੀਕੇ ਨਾਲ ਜਿਹੜਾ ਆ ਉਹਨਾਂ ਲੋਕਾਂ ਨੇ ਵੀ ਉਹਦੇ ਵਿੱਚ ਆਪਣੀ ਪਹਿਚਾਣ ਬਣਾਈ ਹੈ। ਸੋ ਉੱਥੇ ਜਿਹੜੇ ਫਿਰ ਧਰਮ ਦੇ ਨਾਅਰੇ ਲੱਗਦੇ ਸੀ, ਜਿਵੇਂ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਅਤੇ ਉੱਥੇ ਜੈ ਸ਼੍ਰੀ ਰਾਮ ਦੇ ਵੀ ਨਾਅਰੇ ਲੱਗਦੇ ਸੀ, ਜਾਂ ਹੋਰ ਵੀ ਅੱਲਾਹੂ ਅਕਬਰ ਵਗੈਰਾ ਦੇ, ਤਾਂ ਉਹ ਇੱਕ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਸੀ। ਉੱਥੇ ਉਹ ਨਾਅਰੇ ਜਿਹੜੇ ਹੈਗੇ ਆ ਉਹ ਧਰਮ ਦੇ ਠੇਕੇਦਾਰਾਂ ਵੱਲੋਂ ਨਹੀਂ ਲਾਏ ਜਾਂਦੇ ਸੀ, ਉਹ ਆਮ ਲੋਕਾਂ ਵੱਲੋਂ ਸੀ। ਸੋ ਆਮ ਲੋਕਾਂ ਦਾ ਜਿਹੜਾ ਧਰਮ ਹੈਗਾ ਆ ਧਰਮ ਦੇ ਬਾਰੇ, ਅਤੇ ਉਹ ਤਾਂ ਫਿਰ ਆਮ ਲੋਕਾਂ ਦੀ ਤੇ ਕਹਿ ਲਓ ਕਿ ਧਰਮ ਪ੍ਰਤੀ ਜੋ ਸਮਝ ਹੈਗੀ ਹੈ ਉਹਦੇ ਨਾਲ ਤੇ ਸਾਨੂੰ ਕੋਈ ਸ਼ਿਕਵਾ ਨਹੀਂ ਹੈਗਾ ਆ। ਉਹਨਾਂ ਨੂੰ ਅਸੀਂ ਸਿੱਖਿਅਤ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਹੈਗਾ ਆ ਅੰਧ ਵਿਸ਼ਵਾਸਾਂ ਵਿੱਚੋਂ ਨਿਕਲੋ। ਪਰ ਜਿਹੜਾ ਵਿਰੋਧ ਕਰਦੇ ਨੇ ਜਿਹੜੇ ਉਹ ਹੈਗੇ ਨੇ ਆਪਣਾ ਠੇਕੇਦਾਰ ਨੇ ਧਰਮ ਦੇ, ਅਤੇ ਆਪਣੀਆਂ ਜ਼ਿਆਦਾ ਜਿਹੜੀਆਂ ਟਿੱਪਣੀਆਂ ਹੁੰਦੀਆਂ ਨੇ ਉਹ ਧਰਮ ਦੇ ਠੇਕੇਦਾਰਾਂ ਦੇ ਖਿਲਾਫ ਹੀ ਹੁੰਦੀਆਂ ਨੇ, ਜਿਹੜੇ ਧਰਮ ਦੇ ਨਾਂ 'ਤੇ ਲੁੱਟ ਕਰਦੇ ਹੈਗੇ ਹੈ, ਜਾਂ ਧਰਮ ਦੇ ਨਾਂ 'ਤੇ ਜਿਨ੍ਹਾਂ ਨੇ ਦੁਕਾਨਾਂ ਚਲਾਈਆਂ ਹੋਈਆਂ ਨੇ, ਜਾਂ ਧਰਮ ਦੇ ਜਿਹੜੇ ਹੈਗੇ ਨੇ ਕਿ ਧਰਮ ਦੇ ਨਾਂ ਤੋਂ ਭੜਕ ਜਾਂਦੇ ਨੇ ਕਿ ਹਾਂ ਵੀ ਧਰਮ ਦੇ ਬਾਰੇ ਵਿੱਚ ਕੋਈ ਹੋਰ ਵਿਅਕਤੀ ਜਿਹੜਾ ਧਾਰਮਿਕ ਹੈ ਨਹੀਂ ਹੈ ਉਹ ਕਿਵੇਂ ਗੱਲ ਕਰ ਸਕਦਾ ਹੈ, ਜਦੋਂ ਕਿ ਇਹ ਇੱਕ ਸਮਾਜਿਕ ਮਸਲਾ ਹੈਗਾ ਆ। ਪਰ ਜਿਹੜੇ ਲੋਕਾਂ ਦਾ ਧਰਮ ਨਾਲ ਨਿੱਜੀ ਸੰਬੰਧ ਹੈਗਾ ਆ,
ਹੁਣ ਇਹਦੇ ਵਿੱਚ ਕੋਈ ਸਰਦਾਰ ਹੋ ਕੇ ਪੱਗ ਬੰਨ੍ਹ ਕੇ ਅੰਮ੍ਰਿਤ ਛਕ ਕੇ ਕੋਈ ਨੈਣਾ ਦੇਵੀ ਜਾਂਦਾ, ਕੋਈ ਜਵਾਲਾ ਜੀ ਜਾਂਦਾ ਆ, ਕੋਈ ਕ੍ਰਿਸ਼ਨ ਦੇ ਉੱਥੇ ਚਲਾ ਜਾਂਦਾ ਹੈਗਾ ਆ, ਤਾਂ ਇਹਦੇ 'ਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹ ਉਹਦਾ ਨਿੱਜੀ ਮਾਮਲਾ ਹੈਗਾ ਆ। ਧਰਮ ਨੂੰ ਨਿੱਜੀ ਮਾਮਲਾ ਜਦੋਂ ਤੱਕ ਰਹਿਣ ਦਿੱਤਾ ਜਾਵੇ ਉਦੋਂ ਤੱਕ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਹੁੰਦੀ ਹੈ। ਪਰ ਜਦੋਂ ਇਹ ਇੱਕ ਸੰਗਠਿਤ ਰੂਪ ਲੈ ਜਾਂਦਾ ਹੈਗਾ ਆ, ਫਿਰ ਇਹ ਗੋਲਕਾਂ ਦਾ ਜਿਹੜਾ ਇੱਕ ਕਾਰੋਬਾਰ ਬਣ ਜਾਂਦਾ ਹੈਗਾ ਆ, ਉਹਦੇ ਖਿਲਾਫ ਮੈਂ ਲਿਖਦਾ ਰਿਹਾ ਹਾਂ। ਸੋ ਕਿਸਾਨੀ ਸੰਘਰਸ਼ ਦੇ ਵਿੱਚ ਵੀ ਜਿਹੜੇ ਲੋਕ, ਆਮ ਲੋਕ ਗਏ ਸੀ, ਉਹ ਧਰਮ ਦਾ ਕੋਈ ਝੰਡਾ ਚੁੱਕ ਕੇ ਨਹੀਂ ਗਏ ਸੀ। ਉਹ ਸਾਰੇ ਧਰਮਾਂ ਦਾ ਜਿਹੜਾ ਹੈਗਾ ਆ ਸਾਂਝਾ ਨਾਰਾ ਵੀ ਲਾਉਂਦੇ ਸੀ। ਜੈ ਸ਼੍ਰੀ ਰਾਮ ਦਾ ਨਾਰੇ ਦੀ ਆਵਾਜ਼ ਜਦੋਂ ਸਟੇਜ ਤੋਂ ਆਉਂਦੀ ਸੀ ਤਾਂ ਸਾਰੇ ਪੰਡਾਲ ਵਿੱਚੋਂ ਹੀ ਆਉਂਦੀ ਸੀ। ਜਦੋਂ ਬੋਲੇ ਸੋ ਨਿਹਾਲ ਦੇ ਆਉਂਦੀ ਸੀ ਉਦੋਂ ਵੀ ਸਾਰੇ ਹੀ ਪੰਡਾਲ ਵਿੱਚੋਂ ਆਉਂਦੀ ਸੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਪਰ ਜਦੋਂ ਉੱਥੇ ਆਪਣੇ ਆਪਣੇ ਝੰਡੇ ਕੱਢ ਕੇ ਬੈਠ ਗਏ ਉਦੋਂ ਫਿਰ ਲਾਜ਼ਮੀ ਸੀ ਕਿ ਉਹਨਾਂ ਦੀ ਪਹਿਚਾਣ ਕਰਨੀ ਲਾਜ਼ਮੀ ਬਣਦੀ ਸੀ ਕਿ ਕਿਹੜੀ ਰਣਨੀਤੀ ਤੇ ਚੱਲ ਰਹੇ ਨੇ। ਇੱਕ ਕਿਸਾਨ ਸੰਘਰਸ਼ ਦੇ ਵਿੱਚ ਇੱਕ ਰਿਹਾ ਕਿ ਪਿੱਛੇ ਜੇ ਇੱਕ ਕਤਲ ਹੋਇਆ ਬਹੁਤ, ਜਿਹਦੀ ਚਰਚਾ ਹੁੰਦੀ ਰਹੀ ਜੀ, ਉਸ ਕਤਲ ਦਾ, ਉਸ ਵਰਤਾਰੇ ਤੇ ਤੁਹਾਡੇ ਕੀ ਵਿਚਾਰ ਰਹਿਣਗੇ? ਦੇਖੋ, ਇਹ ਜਿਹੜੀ ਮੌਬ ਲਿੰਚਿੰਗ ਹੈਗੀ ਹੈ ਇਹ ਕੋਈ ਨਵੀਂ ਨਹੀਂ ਹੋਣ ਲੱਗੀ ਹੈਗੀ ਹੈ, ਕਾਫੀ ਪੁਰਾਣੀ ਹੋ ਰਹੀ ਹੈਗੀ ਹੈ। ਠੀਕ ਹੈ, ਕਤਲ ਹੋ ਗਿਆ, ਪਰ ਕਤਲ ਹੋਣ ਤੋਂ ਪਹਿਲੇ ਕਿੰਨੀ ਵਾਰ ਜਿਹੜੇ ਹੈਗੇ ਨੇ ਬਹੁਤ ਲੋਕ ਹੈਗੇ ਜਿਨ੍ਹਾਂ ਦੀ ਮੌਬ ਲਿੰਚਿੰਗ ਹੋਈ ਹੈ ਪਰ ਉਹ ਕਤਲ ਹੋਣ ਤੋਂ ਬਚ ਗਏ। ਹੁਣ ਇਹਦੇ ਵਿੱਚ ਜੇ ਹੋਲੇ ਮਹੱਲੇ ਦੀ ਗੱਲ ਕਰੀਏ ਤੇ ਉੱਥੇ ਅਕਸਰ ਹਰ ਸਾਲ ਜਿਹੜੇ ਹੈਗੇ ਹੈ ਜਿਹੜੇ ਜਿਨ੍ਹਾਂ ਨੇ ਸਿਰ ਨਹੀਂ ਢੱਕੇ ਹੁੰਦੇ ਹੈ ਉਹਨਾਂ ਨੂੰ ਬਰਛਿਆਂ ਨਾਲ ਡਰਾਇਆ ਜਾਂਦਾ ਹੈ ਕਿ ਸਿਰ ਢੱਕੋ, ਹਾਲਾਂਕਿ ਸੜਕਾਂ ਤੇ ਚੱਲ ਰਹੇ ਹੁੰਦੇ ਹੈ। ਔਰ ਇੰਨੀ ਦਹਿਸ਼ਤ ਇੰਨੀ ਜ਼ਿਆਦਾ ਹੈਗੀ ਹੈ ਕਿ ਸਾਧਾਰਨ ਵੀ ਆਮ ਲੋਕਾਂ ਨੇ ਲੰਗਰ ਲਾਇਆ ਹੋਵੇ ਉੱਥੇ ਵੀ ਜਿਹੜਾ ਸਿਰ ਢੱਕਣਾ ਜਿਹੜਾ ਆ ਲੋਕਾਂ ਨੂੰ ਇੱਕ ਲਾਜ਼ਮੀ ਹੋ ਜਾਂਦਾ ਆ ਕਿ ਜੇ ਸਿਰ ਨਹੀਂ ਢੱਕੇ ਤਾਂ ਪਤਾ ਨਹੀਂ ਕਿਹਨੇ ਟੋਕ ਦੇਣਾ ਆ। ਇਹ ਕੋਈ ਗੁਨਾਹ ਨਹੀਂ ਹੈਗਾ ਜੇ ਲੰਗਰ ਹਾਲ ਵਿੱਚ ਵੀ ਬੈਠੇ ਹੈ। ਮੰਨਿਆ ਕਿ ਇਹ ਜਿਹੜੀ ਇੱਕ ਰਵਾਇਤ ਹੈਗੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਉਹਨਾਂ ਦੇ ਸਾਹਮਣੇ ਬੈਠਣਾ ਹੈਗਾ ਆ ਉਦੋਂ ਸਿਰ ਢੱਕਣਾ ਲਾਜ਼ਮੀ ਹੈਗਾ ਆ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਹੈਗੇ ਆ ਉੱਥੇ ਵੀ ਸਿਰ ਢੱਕਣ ਦੀ ਕੀ ਜਿਹੜੀ ਹੈਗੀ ਹੈ ਇੱਕ ਲਾਜ਼ਮੀ ਸ਼ਰਤ ਬਣਾ ਦਿੱਤੀ ਜਾਂਦੀ ਹੈ। ਔਰ ਟੋਪੀਆਂ ਲੁਹਾ ਕੇ ਜਿਹੜਾ ਬਰਛਿਆਂ ਤੇ ਟੰਗ ਕੇ ਹੋਲੇ ਮਹੱਲੇ ਵਿੱਚ ਜਿਹੜੇ ਦੁਕਾਨਦਾਰ ਨੇ ਬੀੜੀਆਂ ਜਰਦਾ ਵਗੈਰਾ ਵੇਚਦੇ ਸੀ ਉੱਥੇ, ਹਾਲਾਂਕਿ ਹੁਣ ਵੀ ਹੈਗੇ ਨੇ, ਲੋਕਾਂ ਦਾ ਕਾਰੋਬਾਰ ਹੈਗਾ ਆ, ਕਰਦੇ ਨੇ, ਉਹਨਾਂ ਦੀਆਂ ਵਿਕਦੀਆਂ ਨੇ ਇਸ ਕਰਕੇ ਉਹ ਵੇਚਦੇ ਨੇ, ਪਰ ਉਹਨਾਂ ਨੂੰ ਫੜ ਕੇ ਜਿਹੜਾ ਕਟਾਪਾ ਲਾਇਆ ਜਾਂਦਾ ਆ ਇਹ ਵੀ ਇੱਕ ਮੌਬ ਲਿੰਚਿੰਗ ਹੀ ਹੁੰਦੀ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਉਹਨਾਂ ਦੀ ਮੌਤ ਨਹੀਂ ਹੁੰਦੀ, ਪਰ ਇਹਨਾਂ ਵੱਲੋਂ ਜਿਹੜੀ ਹੈਗੇ ਹੈ ਜਿਹੜੇ ਗੁੰਡੇ ਕਿਸਮ ਦੇ ਲੋਕ ਹੈਗੇ ਆ ਬਾਣਿਆਂ ਦੇ ਵਿੱਚ ਜਿਨ੍ਹਾਂ ਨੇ ਗੁੰਡਾਗਰਦੀ ਕਰਨੀ ਹੁੰਦੀ ਹੈ ਉਹ ਕੋਈ ਕਸਰ ਨਹੀਂ ਛੱਡਦੇ ਹੈਗੇ ਆ। ਔਰ ਉਹਦਾ ਸਮਾਜ ਦੇ ਵਿੱਚ ਵੀਡੀਓ ਬਣਾ ਕੇ ਜਿਹੜਾ ਅਪਲੋਡ ਕਰਨੀ ਹੈਗੀ ਹੈ, ਹਾਲਾਂਕਿ ਬਹੁਤ ਵੱਡਾ ਗੁਨਾਹ ਹੈਗਾ ਆ, ਪਰ ਉਹ ਕਰਦੇ ਆ ਕਿਉਂਕਿ ਇੰਡੀਆ ਦੇ ਵਿੱਚ ਸਿਸਟਮ ਹੀ ਕੋਈ ਹੈ ਹੀ ਨਹੀਂ ਹੈ। ਸਿਸਟਮ ਇੱਥੇ ਸਿਸਟਮ ਹਰੇਕ ਹੀ ਜਿਹੜਾ ਵੀ ਜਿਹਦੇ ਹੱਥ ਵਿੱਚ ਵੀ ਮਾੜਾ ਮੋਟੀ ਤਾਕਤ ਹੈਗੀ ਉਹ ਆਪਣੇ ਹਿਸਾਬ ਨਾਲ ਖਿੱਚੀ ਫਿਰਦਾ ਹੈਗਾ ਆ। ਸੋ ਇੱਥੇ ਕੋਈ ਇੱਦਾਂ ਦੇ ਕੰਮਾਂ ਨੂੰ ਗੁਨਾਹ ਨਹੀਂ ਮੰਨਿਆ ਜਾਂਦਾ ਆ। ਹੁਣ ਜਦੋਂ ਟੋਪੀਆਂ ਲਹਾ ਕੇ ਜਾਂ ਮੋਰਿੰਡੇ ਦਾ ਇੱਕ ਗੁਰਦੁਆਰਾ ਹੈਗਾ ਆ ਉਹਦੇ ਲਾਗੇ ਨਾਈ ਦੀ ਦੁਕਾਨ ਸੀ, ਪਤਾ ਨਹੀਂ ਕਿੰਨੇ ਸਾਲਾਂ ਤੋਂ ਦੁਕਾਨ ਕਰਦਾ ਆਇਆ, ਪਰ ਇੱਕ ਨਿਹੰਗ ਦਾ ਦਿਮਾਗ ਖਰਾਬ ਹੋ ਗਿਆ ਤੇ ਉਹਨਾਂ ਦੀ ਜਥੇਬੰਦੀ ਜਾ ਕੇ ਉਹਦੀ ਜਿਹੜੀ ਹੈ ਨਾਈ ਦੀ ਦੁਕਾਨ ਬੰਦ ਕਰਵਾਉਣ ਤੁਰ ਪਈ ਸੀ। ਸੋ ਗੱਲ ਤੇ ਇਹ ਹੈਗੀ ਹੈ ਕਿ ਉਹ ਕੌਣ ਹੁੰਦੇ ਹੈਗੇ ਆ। ਜਦੋਂ ਕਾਨੂੰਨ ਹੈਗਾ ਆ, ਕਾਨੂੰਨ ਨੇ ਆਪਣਾ ਕੰਮ ਕਰਨਾ ਹੈ, ਕਾਨੂੰਨ ਆਪਣਾ ਕੰਮ ਨਹੀਂ ਕਰਦਾ, ਫਿਰ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਕੀ ਸਾਨੂੰ ਵੀ ਹਰੇਕ ਵਿਅਕਤੀ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜਦੋਂ ਕਾਨੂੰਨ ਆਪਣਾ ਕੰਮ ਨਹੀਂ ਕਰਦਾ ਤਾਂ ਫਿਰ ਅਸੀਂ ਆਪਣਾ ਕੰਮ ਕਰੀਏ। ਪਰ ਗੱਲ ਇਹ ਹੈਗੀ ਹੈ ਕਿ ਫਿਰ ਅਸੀਂ ਘੱਟੋ ਘੱਟ ਇਹ ਤੇ ਪਹਿਚਾਣ ਕਰੀਏ ਕਿ ਕਿਹੜਾ ਕੰਮ ਗਲਤ ਹੈਗਾ ਹੈ, ਕਿਹੜਾ ਸਹੀ ਹੈ। ਪਰ ਧਰਮ ਦੇ ਨਾਮ ਤੇ ਜਿਹੜਾ ਵੀ ਕੰਮ ਹੈਗਾ ਆ ਕਿ ਜਥੇਦਾਰਾਂ ਨੇ ਜਿਹੜਾ ਕਹਿ ਦਿੱਤਾ ਹੈ, ਧਰਮ ਦੇ ਠੇਕੇਦਾਰਾਂ ਨੇ ਕਹਿ ਦਿੱਤਾ ਕਿ ਆਹ ਗਲਤ ਆ, ਉਹ ਗਲਤ ਹੀ ਗਲਤ ਹੈਗਾ ਆ, ਜਿਹੜਾ ਸਹੀ ਹੈ ਉਹ ਸਹੀ ਹੀ ਸਹੀ ਹੈਗਾ ਆ। ਹੁਣ ਇੱਥੇ ਸਿੰਘੂ ਬਾਰਡਰ 'ਤੇ ਜਿਹੜਾ ਕਤਲ ਕੀਤਾ ਗਿਆ ਹੈ ਲਖਬੀਰ ਸਿੰਘ ਦਾ, ਔਰ ਉਸ ਕਤਲ ਨੂੰ ਜਾਇਜ਼ ਠਹਿਰਾਉਣ ਵਾਲੇ ਧਰਮ ਦੇ ਠੇਕੇਦਾਰ ਬਹੁਤ ਜ਼ਿਆਦਾ ਹੈਗੇ ਨੇ। ਔਰ ਗੱਲ ਇਹ ਹੈਗੀ ਹੈ ਕਿ ਇਹ ਕੋਈ ਵੀ ਨਹੀਂ ਦੱਸ ਰਿਹਾ ਕਿ ਉਹਨੇ ਉੱਥੇ ਬੇਅਦਬੀ ਕੀ ਕੀਤੀ ਹੈ ਜਾਂ ਕਿਹੋ ਜਿਹੀ ਕੀਤੀ ਹੈਗੀ ਹੈ, ਜਾਂ ਕੀਤੀ ਵੀ ਹੈ ਜਾਂ ਨਹੀਂ ਕੀਤੀ ਹੈ। ਕੋਈ ਵੀ ਸਵਾਲ ਪੁੱਛ ਸਕਦਾ ਹੈ ਕਿ ਭਾਈ ਤੁਹਾਡੇ ਕੋਲ ਕੀ ਸਬੂਤ ਹੈਗਾ, ਤੁਸੀਂ ਸਬੂਤ ਸਾਹਮਣੇ ਰੱਖੋ ਕਿ ਉਹਨੇ ਬੇਅਦਬੀ ਕੀਤੀ ਵੀ ਹੈ ਜਾਂ ਨਹੀਂ ਹੈ। ਦੂਸਰੀ ਗੱਲ, ਜੇ ਬੇਅਦਬੀ ਕੀਤੀ ਵੀ ਹੈ ਤਦ ਵੀ ਕਿਸੇ ਨੂੰ ਮਾਰ ਦੇਣਾ ਤੇ ਕੋਈ ਹੱਲ ਨਹੀਂ ਹੈਗਾ ਆ।
ਸੋ ਜੇ ਕੋਈ ਇਸ ਤਰ੍ਹਾਂ ਦੀ ਗਲਤੀ ਕਰਦਾ ਹੈ, ਹਾਲਾਂਕਿ ਅਸੀਂ ਕਾਫੀ ਸਮੇਂ ਤੋਂ ਜਿਹੜਾ ਹੈਗਾ ਆ ਇੱਕ ਲਹਿਰ ਵੀ ਚੱਲਦੀ ਹੈਗੀ ਹੈ, ਜਦੋਂ ਵੀ ਕਿਸੇ ਵੀ ਦੇਸ਼ ਵਿੱਚ ਫਾਂਸੀ ਦੀ ਕਿਸੇ ਨੂੰ ਸਜ਼ਾ ਹੋਣੀ ਹੁੰਦੀ ਹੈ ਤਾਂ ਅਕਸਰ ਅਖਬਾਰਾਂ ਵਿੱਚ ਵੱਡੇ ਵੱਡੇ ਲੇਖ ਲਿਖੇ ਜਾਂਦੇ ਨੇ ਕਿ ਫਾਂਸੀ ਦੀ ਸਜ਼ਾ ਦੇ ਵਿਰੁੱਧ, ਕਿ ਇਹ ਜਿਹੜਾ ਹੈਗਾ ਆ ਇਹ ਗੈਰ ਕੁਦਰਤੀ ਵਰਤਾਰਾ ਹੈਗਾ ਆ। ਜਿਹਨੇ ਵੀ ਕੋਈ ਗੁਨਾਹ ਕੀਤਾ ਹੈਗਾ ਆ ਉਹਨੂੰ ਸਜ਼ਾ ਉਹਨੂੰ ਇਹੋ ਜਿਹੀ ਦਿੱਤੀ ਜਾਣੀ ਚਾਹੀਦੀ ਹੈ ਕਿ ਜਿਹਦੇ ਤੋਂ ਉਹ ਸਿੱਖਿਆ ਮਿਲੇ, ਉਹਨੂੰ ਵੀ ਔਰ ਪੂਰੇ ਸਮਾਜ ਨੂੰ ਸਿੱਖਿਆ ਮਿਲੇ ਕਿ ਇਹ ਜਿਹੜਾ ਹੈਗਾ ਆ ਤੂੰ ਗੁਨਾਹ ਕੀਤਾ ਹੈਗਾ ਆ, ਇਹ ਮਨੁੱਖਤਾ ਦੀ ਨਜ਼ਰ ਵਿੱਚ ਠੀਕ ਨਹੀਂ ਹੈਗਾ ਆ, ਕਾਫੀ ਘਿਨਾਉਣਾ ਗੁਨਾਹ ਹੈਗਾ ਆ। ਸੋ ਉਹਦੇ ਤੋਂ ਸਿੱਖਿਆ ਵਾਲੀ ਤਾਂ ਗੱਲ ਹੀ ਨਹੀਂ ਹੈ, ਫਾਂਸੀ ਦੇ ਕੇ ਖ਼ਤਮ ਕਰ ਦੇਣਾ ਇਹ ਤੇ ਬੜਾ ਸੌਖਾ ਹੱਲ ਹੈਗਾ ਆ। ਤੇ ਆਹੀ ਕੰਮ ਜਿਹੜਾ ਹੈਗਾ ਆ ਇਹ ਜਿਹੜੇ ਧਰਮ ਦੇ ਠੇਕੇਦਾਰ ਹੈਗੇ ਆ ਇਹ ਕਰਦੇ ਨੇ। ਵੈਸੇ ਸਰ ਚਲੋ ਇਹ ਇੱਕ ਸਮਾਜਿਕ ਵਰਤਾਰੇ ਸੀਗੇ ਜਿਹੜੇ ਆਪਾਂ ਹੁਣ ਤੱਕ ਗੱਲ ਕੀਤੀ। ਆਪਾਂ ਵਾਪਸ ਫੇਰ ਤੁਹਾਡੀਆਂ ਕਵਿਤਾਵਾਂ ਤੇ ਆਉਂਦੇ ਆ ਜੀ। ਜਿਵੇਂ ਤੁਹਾਡੀ ਕਵਿਤਾਵਾਂ ਨੇ ਇੱਕ ਜਿਹੜੇ ਵਰਤਾਰੇ ਹੋ ਰਹੇ ਨੇ ਧਾਰਮਿਕ ਸਥਾਨਾਂ ਤੇ ਆ ਰਹੇ ਨੇ, ਉਹ ਇੱਕ ਬਹੁਤ ਜ਼ਿਆਦਾ ਤਿੱਖੇ ਹੋ ਕੇ ਉਹਨਾਂ ਤੇ ਗੱਲ ਕਰਦੇ ਨੇ, ਬਹੁਤ ਜ਼ਿਆਦਾ ਇੱਕ ਚੋਟ ਕਰਦੇ ਨੇ, ਜਿਹਦੇ ਤੇ ਉਹੋ ਜਿਹੇ ਰਿਐਕਸ਼ਨ ਵੀ ਆਉਂਦੇ ਨੇ ਜੀ। ਤੁਸੀਂ ਉਹ ਕਈ ਵਾਰੀ ਤੁਹਾਡੇ ਤੇ ਇਹ ਇਲਜ਼ਾਮ ਵੀ ਲੱਗ ਜਾਂਦਾ ਕਿ ਤੁਸੀਂ ਸ਼ਾਇਦ ਉਹ ਵਰਤਾਰਿਆਂ ਨੂੰ, ਕਈ ਵਰਤਾਰਿਆਂ ਦੇ ਵਿੱਚੋਂ ਵਰਤਾਰੇ ਉਹ ਚੁਣਦੇ ਹੋ ਜਿਹਦੇ ਤੇ ਅੱਗੇ ਚੱਲ ਕੇ ਕੋਈ ਗੱਲ ਜਾਂ ਜਿੱਥੇ ਕੋਈ ਕਲੇਸ਼ ਪੈ ਜਾਂਦਾ। ਕਿ ਇਹ ਸਹੀ ਲੱਗਦਾ ਕਿ ਤੁਹਾਡਾ ਇੱਕ ਆਮ ਜਿਹਾ ਇਹ ਆ ਕਿ ਸੁਭਾਅ ਹੀ ਆ ਕਿ ਹਰੇਕ ਉਹਦੇ ਤੇ, ਜਾਂ ਤੁਸੀਂ ਉਹ ਚੁਣਦੇ ਹੋ ਕਿ ਖਾਸ ਉਹੀ ਮੁੱਦੇ ਤੇ ਅੱਗੇ ਜਾਣ ਜਿਹਦੇ ਤੇ ਅੱਗੇ ਵਿਵਾਦ ਹੋਵੇ? ਇਹੋ ਜਿਹਾ ਇਲਜ਼ਾਮ ਤੁਹਾਡੇ ਤੇ ਕਿਤੇ ਨਾ ਕਿਤੇ ਲੱਗ ਜਾਂਦਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਸਹੀ ਗੱਲ ਹੈਗੀ ਹੈ। ਹਾਲਾਂਕਿ ਆਪਣੀ ਇਹ ਦੇਖੋ ਹੁਣ ਇਹ ਤੇ ਪਾਠਕਾਂ ਤੇ ਨਿਰਭਰ ਕਰਦਾ ਹੈਗਾ ਆ ਕਿ ਉਹਨਾਂ ਨੇ, ਕਿਉਂਕਿ ਹੁਣ ਜੇ ਉਸੇ ਹੀ ਕਵਿਤਾ ਨੂੰ ਜਿਹਦੇ ਤੇ ਵਿਵਾਦ ਉੱਠਦੇ ਆ ਤੁਸੀਂ ਪੜ੍ਹਦੇ ਹੋ, ਸਾਹਿਤਕਾਰ ਪੜ੍ਹਦੇ ਨੇ ਜਾਂ ਹੋਰ ਬਹੁਤ ਲੋਕ ਨੇ ਜਿਹੜੇ ਉਹਦੀ ਸਰਾਹਨਾ ਕਰਦੇ ਆ, ਉਹਨੂੰ ਫੇਸਬੁੱਕ ਤੇ ਲਾਈਕ ਵੀ ਕਰਦੇ ਆ, ਸ਼ੇਅਰ ਵੀ ਕਰਦੇ ਆ, ਉਹ ਵਿਵਾਦ ਨਹੀਂ ਕਰਦੇ, ਉਹਨਾਂ ਨੂੰ ਪਸੰਦ ਆਉਂਦੀਆਂ ਨੇ ਗੱਲਾਂ, ਕਿ ਇਹ ਸਹੀ ਗੱਲ ਹੈਗੀ ਹੈ। ਫਿਰ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਪਸੰਦ ਨਹੀਂ ਆਉਂਦੀਆਂ ਹੈਗੀਆਂ ਨੇ ਉਹ ਜਿਹੜੇ ਹੈਗੇ ਆ ਉਹ ਉਹਦੇ ਤੇ ਵਿਵਾਦ ਕਰਦੇ ਆ। ਵਿਵਾਦ ਅਸੀਂ ਨਹੀਂ ਕਰਦੇ ਆ, ਅਸੀਂ ਤੇ ਆਪਣੀ ਗੱਲ ਕਹਿੰਦੇ ਆ। ਹੁਣ ਧਰਮ ਦੇ ਨਾਂ ਤੇ ਜਿਹੜੇ ਵਰਤਾਰੇ ਹੋ ਰਹੇ ਨੇ, ਘੁਟਾਲੇ ਹੁੰਦੇ ਨੇ, ਲੰਗਰਾਂ ਦੇ ਨਾਮ ਤੇ ਘੁਟਾਲੇ ਹੁੰਦੇ ਨੇ, ਉਹਨਾਂ ਤੇ ਗੱਲ ਕਰਨੀ ਜਿਹੜੀ ਹੈਗੀ ਹੁਣ ਸਮਾਜ ਦੇ ਨਾਲ ਜਿਹੜਾ ਧੋਖਾ ਹੋ ਰਿਹਾ ਹੁੰਦਾ ਆ ਉਹਦੇ ਬਾਰੇ ਤੇ ਗੱਲ ਕਰਨੀ ਹਰੇਕ ਦਾ ਫਰਜ਼ ਬਣਦਾ ਹੈਗਾ ਆ। ਠੀਕ ਹੈ ਕਿ ਮੇਰੇ ਸ਼ਬਦ ਜਿਹੜੇ ਹੈਗੇ ਨੇ ਉਹ ਥੋੜ੍ਹੇ ਹੋਰ ਤਰ੍ਹਾਂ ਦੇ ਹੁੰਦੇ ਨੇ, ਤਿੱਖੇ ਹੁੰਦੇ ਨੇ, ਤੇ ਪਰ ਫਿਰ ਵੀ ਉਹਦੇ ਬਾਵਜੂਦ ਵੀ ਇਹ ਸਵਾਲ ਨਹੀਂ ਪੈਦਾ ਹੁੰਦਾ ਹੈਗਾ ਆ ਕਿ ਉਹਨਾਂ ਸ਼ਬਦਾਂ ਤੋਂ ਭੜਕ ਕੇ ਕੋਈ ਉਸ ਵਰਤਾਰੇ ਦੇ ਹੱਕ ਵਿੱਚ ਖੜ ਜਾਵੇ ਔਰ ਮੇਰੀ ਕਵਿਤਾ ਦੇ ਖਿਲਾਫ ਖੜ ਜਾਵੇ। ਪਰ ਇਸ ਤਰ੍ਹਾਂ ਅਕਸਰ ਹੁੰਦਾ ਹੈਗਾ ਆ, ਤੇ ਕਰਦੇ ਉਹੀ ਨੇ ਜਿਹੜੇ ਸਮਾਜ ਨੂੰ ਪਾੜਾ ਪਾਉਣ ਵਾਲੇ, ਸਮਾਜ ਦੇ ਵਿੱਚ ਪਾੜਾ ਪਾਉਣ ਵਾਲੇ ਲੋਕ ਨੇ। ਬਹੁਤ ਸਾਰੇ ਇਹੋ ਜਿਹੀਆਂ ਜਥੇਬੰਦੀਆਂ ਹੈਗੀਆਂ ਨੇ ਜਿਨ੍ਹਾਂ ਦਾ ਕੰਮ ਹੀ ਸਮਾਜ ਵਿੱਚ ਪਾੜਾ ਪਾਉਣਾ ਹੈਗਾ ਆ। ਅੱਜ ਕੱਲ੍ਹ ਤੇ ਪ੍ਰਕਾਸ਼ਨ ਵੀ ਜਿਹੜੇ ਹੈਗੇ ਆ, ਪਹਿਲੇ ਤੇ ਹੁੰਦਾ ਸੀ ਕਿ ਇਹਨਾਂ ਦੇ ਅੰਮ੍ਰਿਤਸਰ ਤੋਂ ਚੱਲਦੇ ਹੁੰਦੇ ਸੀ, ਪਰਚੇ ਨਿਕਲਦੇ ਹੁੰਦੇ ਸੀ ਜਿਹਦੇ ਵਿੱਚ ਕਾਫੀ ਜ਼ਿਆਦਾ ਭੜਕਾਊ ਗੱਲਾਂ ਕੀਤੀਆਂ ਜਾਂਦੀਆਂ ਸੀ। ਉਹਨਾਂ ਭੜਕਾਊ ਗੱਲਾਂ ਦਾ ਹੀ ਜਿਹੜਾ ਹੈਗਾ ਨਤੀਜਾ ਆ ਕਿ ਅੱਜ ਕੱਲ੍ਹ ਦੇ ਜਿਹੜੇ ਗ੍ਰੰਥੀ ਬਣ ਰਹੇ ਨੇ, ਜਿਹੜੇ ਅੰਮ੍ਰਿਤ ਛਕ ਰਹੇ ਨੇ, ਜਿਹੜੇ ਉਹ ਕਰ ਰਹੇ ਨੇ, ਜਥੇਦਾਰ ਬਣੇ ਹੋਏ ਨੇ, ਠੇਕੇਦਾਰ ਬਣੇ ਹੋਏ ਨੇ ਧਰਮ ਦੇ, ਉਹ ਉਹਨਾਂ ਹੀ ਭੜਕਾਊ ਰਸਾਲਿਆਂ ਨੂੰ ਪੜ੍ਹ ਕੇ ਉਹਨਾਂ ਦੀ ਪੈਦਾਇਸ਼ ਹੈਗੇ ਨੇ। ਅਤੇ ਉਸ ਪੈਦਾਇਸ਼ ਦੇ ਵਿੱਚੋਂ ਜਿਹੜਾ ਪ੍ਰਚਾਰ ਕੀਤਾ ਜਾਂਦਾ ਹੈਗਾ, ਉਸ ਪ੍ਰਚਾਰ ਦੇ ਪ੍ਰਭਾਵ ਹੇਠ ਆਏ ਹੋਏ ਉਹ ਲੋਕ ਨੇ ਜਿਹੜੇ ਸਾਨੂੰ ਫਿਰ ਗਾਲਾਂ ਕੱਢਦੇ ਨੇ, ਸਾਡੇ 'ਤੇ ਪੁੱਠੇ ਸਿੱਧੇ ਜਿਹੜੇ ਹੈਗੇ ਕਮੈਂਟ ਕਰਦੇ ਨੇ। ਸੋ ਉਹਨਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਨੋਟਿਸ ਲੈਣ ਦੀ ਸਾਨੂੰ ਸਿਰਫ ਇੰਨੀ ਕੁ ਹੀ ਲੋੜ ਹੈਗੀ ਹੈ ਕਿ ਇਹ ਜਿਹੜੇ ਹੈਗੇ ਨੇ ਬਿਲਕੁਲ ਇੱਕ ਕੰਧ ਵਿਚਾਰੇ ਖੜੀ ਕਰਕੇ ਖੜੇ ਹੋਏ ਨੇ। ਹੁਣ ਪਹਿਲੇ ਤਾਂ ਇਹਨਾਂ ਦੇ ਰਸਾਲੇ ਨਿਕਲਦੇ ਸੀ, ਹੁਣ ਵੀ ਨਿਕਲਦੇ ਨੇ ਰਸਾਲੇ, ਧਾਰਮਿਕ ਰਸਾਲੇ ਨਿਕਲਦੇ ਹੈ, ਭਿੰਡਰਾਂ ਵਾਲੇ ਦੇ ਨਾਮ 'ਤੇ ਕਈ ਰਸਾਲੇ ਨਿਕਲਦੇ ਹੈਗੇ ਹੈ। ਇਹ ਜਦੋਂ ਵੀ ਕੋਈ ਧਾਰਮਿਕ ਮੇਲਾ ਇੱਥੇ ਤੁਹਾਡੇ ਜਿਹੜੀ ਸਭਾ ਲੱਗਦੀ ਹੈਗੀ ਹੈ ਜਾਂ ਹੋਲਾ ਮਹੱਲਾ ਜਾਂ ਕਿਤੇ ਵੀ ਹੈਗਾ ਆ, ਉੱਥੇ ਇਹਨਾਂ ਰਸਾਲਿਆਂ ਨੂੰ ਦੇਖਿਆ ਜਾ ਸਕਦਾ ਆ। ਮੈਂ ਉਹ ਰਸਾਲੇ ਖਰੀਦੇ ਵੀ ਨੇ, ਉਹ ਪੜ੍ਹੇ ਵੀ ਨੇ, ਉਹਨਾਂ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ, ਅਤੇ ਮੈਨੂੰ ਉਹਨਾਂ ਤੋਂ ਪੜ੍ਹ ਕੇ ਲੱਗਿਆ ਕਿ ਇਹਨਾਂ ਵਿੱਚ ਬਹੁਤ ਜ਼ਿਆਦਾ ਨਫ਼ਰਤ ਜਿਹੜੀ ਹੈਗੀ ਹੈ ਉਹ ਸਮਾਜ ਦੇ ਵਿੱਚ ਘੋਲੀ ਜਾ ਰਹੀ ਆ। ਸੋ ਸਾਡੀਆਂ ਕਵਿਤਾਵਾਂ ਨੇ ਜਿਹੜੀਆਂ ਉਹ ਨਫ਼ਰਤ ਨਹੀਂ ਘੋਲਦੀਆਂ, ਉਹ ਇਹਨਾਂ ਤੋਂ ਵਖਰੇਵਾਂ ਕਰਦੀਆਂ ਨੇ, ਇਹਨਾਂ ਦਾ ਜਿਹੜਾ ਨੰਗ ਹੈਗਾ ਆ ਉਹ ਸਾਹਮਣੇ ਰੱਖਦੀਆਂ ਨੇ। ਔਰ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਆ ਕਿ ਉਸ ਭੜਕਾਊ ਵਰਤਾਰੇ ਤੋਂ ਬਾਅਦ ਇਹਨਾਂ ਨੇ ਬੌਧਿਕ ਪੱਧਰ 'ਤੇ ਬੌਧਿਕ ਹਮਲੇ ਵੀ ਕਰਨੇ ਸ਼ੁਰੂ ਕੀਤੇ ਨੇ, ਆਪਣੇ ਪ੍ਰਕਾਸ਼ਨ ਘਰ ਖੋਲ੍ਹੇ ਨੇ,
ਔਰ ਉਹਦੇ ਵਿੱਚ ਚੁਣ ਕੇ ਉਹ ਕਿਤਾਬਾਂ ਦਾ ਅਨੁਵਾਦ ਕੀਤਾ ਜਾ ਰਿਹਾ ਵਿਦੇਸ਼ੀ ਕਿਤਾਬਾਂ ਦਾ, ਜਿਨ੍ਹਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ ਚੰਗੀ ਤਰ੍ਹਾਂ ਮਾਨਤਾ ਨਹੀਂ ਮਿਲੀ ਹੈਗੀ ਆ। ਜਿਵੇਂ ਤੁਹਾਡੀ ਇੱਕ ਕਵਿਤਾ ਸੀ ਜੀ ਸਾਰਿਆਂ ਨਾਲੋਂ ਜ਼ਿਆਦਾ ਜਿੱਥੇ ਵਿਵਾਦ ਹੋਇਆ ਸ਼ਾਇਦ ਜਿਹਦਾ ਇੱਕ ਇੱਥੇ ਤੱਕ ਕਿ ਸਰਜੀਤ ਪਾਤਰ ਜੀ ਉਹਨਾਂ ਨੇ ਕਹਿਤਾ ਸੀਗਾ ਕਿ ਇਸ ਕਵਿਤਾ ਦੇ ਨਾਲ ਮੈਂ ਸਹਿਮਤ ਨਹੀਂ ਹੋਇਆ ਜਾ ਸਕਦਾ ਜੀ। ਉਹ ਕਵਿਤਾ ਦੇ ਬਾਰੇ ਕੁਝ ਸੰਖੇਪ ਦੇ ਵਿੱਚ ਤੁਸੀਂ ਜੇ ਦੱਸ ਸਕਦੇ ਹੋ ਕਿ ਉਹ ਕਿਹੜੇ ਵਿਚਾਰ ਸੀ ਜਿਹਨਾਂ ਨੂੰ ਸ਼ਾਇਦ ਤੁਸੀਂ ਕਨਵੇ ਕਰਨਾ ਚਾਹੁੰਦੇ ਸੀਗੇ ਜਿਹੜੇ ਹੋ ਨਹੀਂ ਪਾਏ, ਜਾਂ ਤੁਸੀਂ ਉਹ ਕਨਵੇ ਕਰ ਚੁੱਕੇ ਹੋ ਉਹਨਾਂ ਨੂੰ, ਜਾਂ ਉਹਦੇ ਵਿੱਚ ਤੁਸੀਂ ਜਿਹੜੀ ਚੀਜ਼ ਕਹਿਣੀ ਚਾਹੁੰਦੇ ਸੀਗੇ ਤੇ ਉਹ ਚੀਜ਼ ਸ਼ਾਇਦ ਨਹੀਂ ਸੀਗੀ, ਜਾਂ ਲੋਕਾਂ ਨੇ ਉਹਨੂੰ ਗਲਤ ਸਮਝ, ਮੈਂ ਉਹਦੇ ਚ ਕਹਿ ਰਹੇ ਹੋ ਕਿ ਨਾਨਕ ਦੇਵ ਜੀ ਬਾਰੇ ਸੀਗੇ ਉਹ ਟਿੰਡ ਕੱਢ ਲੈਂਦੇ ਆ ਅਸੀਂ, ਉਹ ਉਹਨਾਂ ਸ਼ਬਦਾਂ ਦੇ ਬਾਰੇ ਉਸ ਕਵਿਤਾ ਦੀ ਵਿਆਖਿਆ ਤੁਹਾਡੇ ਅਕੋਰਡਿੰਗਲੀ ਮਤਲਬ ਕੀ ਹੋ ਸਕਦੀ ਹੈ? ਦੇਖੋ, ਵਾਰਿਸ ਸ਼ਾਹ ਨੂੰ ਸਾਰੇ ਪੰਜਾਬੀ ਜਾਣਦੇ ਨੇ, ਉਹਨੂੰ ਸਾਰਿਆਂ ਨੇ ਪੜ੍ਹਿਆ ਹੈਗਾ ਆ। ਤੇ ਵਾਰਿਸ ਸ਼ਾਹ ਜੇ ਧਾਰਮਿਕ ਗੁਰੂ ਹੁੰਦਾ ਕਿਸੇ ਧਰਮ ਦਾ, ਤੇ ਉਹਦੇ ਪ੍ਰਤੀ ਲੋਕਾਂ ਦੀ ਜਿਹੜੀ ਹੈਗੀ ਹੈ ਇੱਕ ਸ਼ਰਧਾ ਹੁੰਦੀ। ਹਾਲਾਂਕਿ ਵਾਰਿਸ ਸ਼ਾਹ ਵੀ ਲੇਖਕ ਹੈਗਾ ਆ ਤੇ ਬਾਬਾ ਨਾਨਕ ਵੀ ਇੱਕ ਲੇਖਕ ਰਿਹਾ ਹੈਗਾ ਆ, ਕਵੀ ਰਿਹਾ ਆ। ਤੇ ਵਾਰਿਸ ਸ਼ਾਹ ਦੇ ਪ੍ਰਤੀ ਜੇ ਲੋਕਾਂ ਦੀ ਧਾਰਮਿਕ ਭਾਵਨਾ ਇੰਨੀ ਭੜਕਣ ਵਾਲੀ ਹੋ ਜਾਂਦੀ, ਤੇ ਅੰਮ੍ਰਿਤਾ ਪ੍ਰੀਤਮ ਨੇ ਜਦੋਂ ਲਿਖਿਆ ਸੀ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਉਹਦੇ ਤੇ ਸਭ ਤੋਂ ਪਹਿਲਾਂ ਪਰਚਾ ਦਰਜ ਹੋਣਾ ਸੀ ਕਿ ਤੂੰ ਵਾਰਿਸ ਸ਼ਾਹ ਨੂੰ ਕਬਰਾਂ ਵਿੱਚ ਕਿਵੇਂ ਪਾ ਦਿੱਤਾ, ਉਹ ਤੇ ਸਾਡਾ ਜਿੰਦਾ ਗੁਰੂ ਹੈਗਾ ਆ। ਅੱਜ ਵਾਰਿਸ ਸ਼ਾਹ ਨਹੀਂ ਹੈਗਾ ਆ, ਉਹ ਸਾਡੇ ਇਤਿਹਾਸ ਦਾ ਇੱਕ ਕਵੀ ਰਿਹਾ ਆ, ਅਸੀਂ ਸਾਰੇ ਉਹਨੂੰ ਕਵੀ ਵਜੋਂ ਜਾਣਦੇ ਹਾਂ, ਤੇ ਉਹਦੇ ਨਾਮ ਤੋਂ ਕੋਈ ਧਰਮ ਨਹੀਂ ਚੱਲਿਆ। ਔਰ ਦੂਸਰੀ ਗੱਲ, ਬਾਬਾ ਨਾਨਕ ਜਿਹੜਾ ਹੈਗਾ ਆ ਉਹ ਵੀ ਇੱਕ ਕਵੀ ਰਿਹਾ ਆ, ਲੇਖਕ ਰਿਹਾ ਹੈਗਾ ਆ, ਘੁਮੰਤਰੂ ਰਿਹਾ ਹੈਗਾ ਆ, ਦਾਰਸ਼ਨਿਕ ਰਿਹਾ ਹੈਗਾ ਆ। ਉਹਨੇ ਜੋ ਕਵਿਤਾਵਾਂ ਲਿਖੀਆਂ ਨੇ ਤੇ ਉਹ ਆਮ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਕਵਿਤਾਵਾਂ ਨੂੰ ਪੜ੍ਹ ਕੇ ਉਹਨਾਂ ਤੋਂ ਸਿੱਖਿਆ ਲੈਣੀ ਜਾਂ ਉਹਦੀ ਆਲੋਚਨਾ ਕਰਨੀ, ਜਾਂ ਉਹਨਾਂ ਕਵਿਤਾਵਾਂ ਨੂੰ ਜਿਹੜਾ ਹੈਗਾ ਆ ਆਪਣਾ ਕਾਵ ਰਸ ਅਨੁਸਾਰ ਪੜ੍ਹਨਾ, ਉਹ ਪਾਠਕ ਦੇ ਉੱਤੇ ਨਿਰਭਰ ਕਰਦਾ ਹੈਗਾ ਕਿ ਪਾਠਕ ਨੇ ਉਹਨੂੰ ਕਿਵੇਂ ਪੜ੍ਹਨਾ ਹੈਗਾ ਆ। ਪਰ ਜਦੋਂ ਉਹਦੇ ਨਾਲ ਧਰਮ ਗੁਰੂ ਦਾ ਨਾਮ ਜੋੜ ਦਿੱਤਾ ਜਾਂਦਾ ਹੈਗਾ ਆ, ਉਦੋਂ ਫਿਰ ਧਾਰਮਿਕ ਭਾਵਨਾਵਾਂ ਦਾ ਜਿਹੜਾ ਇੱਕ ਉਬਾਲ ਉੱਠਦਾ ਹੈਗਾ ਆ। ਸੋ ਸਾਡੇ ਸਮਾਜ ਦੇ ਵਿੱਚ ਬਾਬਾ ਨਾਨਕ ਨੂੰ ਇੰਨਾ ਕੁ ਜ਼ਿਆਦਾ ਨੀਵਾਂ ਸੁੱਟ ਦਿੱਤਾ ਗਿਆ ਹੈਗਾ ਆ ਕਿ ਉਹ ਆਪਣੀ ਅਸਲੀਅਤ ਤੋਂ ਬਿਲਕੁਲ ਹੀ ਗਾਇਬ ਹੋ ਗਿਆ ਆ। ਹੁਣ ਬਾਬਾ ਨਜ਼ਮੀ ਹੈਗਾ ਆ, ਉਹਦੇ ਨਾਮ ਨਾਲ ਵੀ ਬਾਬਾ ਨਜ਼ਮੀ ਲੱਗਦਾ ਹੈਗਾ ਆ, ਪਰ ਉਹ ਕੋਈ ਧਾਰਮਿਕ ਆਗੂ ਨਹੀਂ ਹੈਗਾ ਆ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਪਾਕਿਸਤਾਨ ਦੇ ਵਿੱਚ, ਸਿੰਧ ਦੇ ਵਿੱਚ, ਜਾਂ ਮੈਂ ਹਿਮਾਚਲ ਵਿੱਚ ਵੀ ਖਾਸਾ ਚਿਰ ਰਿਹਾ ਆ, ਪਿਛਲੇ ਦਿਨਾਂ ਵਿੱਚ ਮੈਂ ਹਿਮਾਚਲ ਵਿੱਚ ਹੀ ਖਾਸਾ ਚਿਰ ਰਿਹਾ ਆ। ਉੱਥੇ ਵੀ ਜਿਹੜਾ ਹੈਗਾ ਆ ਮੈਂ ਜਿਹੜੇ ਆਮ ਲੋਕਾਂ ਨਾਲ ਮਿਲਿਆ ਗਿਲਿਆ ਹੈਗਾ ਆ, ਤਾਂ ਉਹਨਾਂ ਨਾਲ ਗੁਰੂ ਗੋਬਿੰਦ ਸਿੰਘ ਬਾਰੇ ਔਰ ਗੁਰੂ ਨਾਨਕ ਦੇਵ ਬਾਰੇ ਵੀ ਗੱਲਾਂ ਹੁੰਦੀਆਂ ਰਹੀਆਂ ਨੇ, ਔਰ ਉਹ ਸਧਾਰਨ ਪੱਧਰ ਦੀਆਂ ਗੱਲਾਂ ਹੁੰਦੀਆਂ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹਨੂੰ ਰੱਬ ਦੇ ਬਰਾਬਰ ਮੰਨਿਆ ਜਾਂਦਾ ਹੈਗਾ। ਉਹ ਕਹਿੰਦੇ ਸੀ ਕਿ ਸਿੱਖਾਂ ਦੇ ਗੁਰੂ ਹੈਗੇ ਨੇ। ਮੈਂ ਕਿਹਾ ਨਹੀਂ, ਹੁਣ ਇਹ ਰੱਬ ਦੇ ਬਰਾਬਰ ਮੰਨੇ ਜਾਂਦੇ ਹੈ। ਤੇ ਉਸ ਤੋਂ ਬਾਅਦ ਜਿਹੜਾ ਵਿਦੇਸ਼ਾਂ ਵਿੱਚ ਜਦੋਂ ਮੈਂ ਆਇਆ ਤੇ ਇੱਥੇ ਦੇਖਿਆ ਹੈਗਾ ਆ, ਜੇ ਅਸੀਂ ਇਹਨਾਂ ਮੁਲਕਾਂ ਦੀ ਗੱਲ ਕਰੀਏ, ਨੇਪਾਲ ਜਾਂ ਅਰਬ, ਜਿਹੜੇ ਸਾਡੇ ਹਿੰਦੁਸਤਾਨ ਦੇ ਨਾਲ ਥੋੜ੍ਹੀ ਬਹੁਤੀ ਸੱਭਿਆਚਾਰਕ ਸਾਂਝ ਹੈਗੀ ਹੈ, ਤੇ ਉੱਥੋਂ ਤੱਕ ਵੀ ਇਹਨਾਂ ਦਾ ਜਿਹੜਾ ਤਿੱਬਤ ਭੂਟਾਨ ਵੀ ਹੈਗਾ ਆ, ਉੱਥੋਂ ਤੱਕ ਵੀ ਜਿਹੜਾ ਸਿੰਘਾਂ ਦਾ ਸਿੱਖੀ ਦਾ ਮਾੜਾ ਮੋਟਾ ਜਿਹੜਾ ਹੈਗਾ ਆ ਨਿਸ਼ਾਨ ਰਹੇ ਨੇ। ਪਰ ਉਹਨਾਂ ਦੀ ਨਜ਼ਰ ਦੇ ਵਿੱਚ ਵੀ ਜਿਹੜਾ ਬਾਬਾ ਨਾਨਕ ਹੈਗਾ ਆ ਉਹ ਪੀਰ ਫਕੀਰ ਰਿਹਾ ਆ। ਇਹ ਜਿਹੜੇ ਅਰਬ ਮੁਲਕ ਹੈਗੇ ਆ ਉਹਨਾਂ ਦੀ ਨਜ਼ਰ ਵਿੱਚ ਪੀਰ ਨਾਨਕ ਕਿਹਾ ਜਾਂਦਾ ਹੈਗਾ ਆ। ਤੇ ਪਰ ਗੱਲ ਇਹ ਹੈਗੀ ਹੈ ਕਿ ਜੇ ਇਹੋ ਜਿਹਾ ਹੀ ਮਾਹੌਲ ਰਿਹਾ ਤੇ ਹੋਰ 10 ਸਾਲਾਂ ਨੂੰ ਬਾਬੇ ਨਾਨਕ ਨੂੰ ਜੇ ਕੋਈ ਪੀਰ ਨਾਨਕ ਕਹਿ ਦਿੰਦਾ ਹੈਗਾ ਆ ਤਾਂ ਉਹਦੇ ਨਾਮ ਤੋਂ ਵੀ ਕਤਲੋਗਾਰਤ ਹੋਣੀ ਸ਼ੁਰੂ ਹੋ ਜਾਏਗੀ। ਸੋ ਗੱਲ ਇਹ ਹੈਗੀ ਹੈ ਕਿ ਬਾਬਾ ਨਾਨਕ ਸਾਡੇ ਇਤਿਹਾਸ ਦਾ ਇੱਕ ਵਿਅਕਤੀ ਰਿਹਾ ਹੈਗਾ ਆ, ਕਵੀ ਰਿਹਾ ਹੈਗਾ ਆ, ਸ਼ਾਇਰ ਰਿਹਾ ਹੈਗਾ ਆ, ਔਰ ਅਸੀਂ ਉਹਨੂੰ ਸ਼ਾਇਰ ਵਜੋਂ ਹੀ ਜਾਣਦੇ ਹਾਂ। ਅਸੀਂ ਉਹਨੂੰ ਕਿਸੇ ਗੁਰੂ ਵਜੋਂ ਨਹੀਂ ਜਾਣਦੇ, ਅਸੀਂ ਉਹਨੂੰ ਕਿਸੇ ਅਕਾਲ ਪੁਰਖ, ਧਰਮ ਜਾਂ ਰੱਬ ਵਜੋਂ ਨਹੀਂ ਜਾਣਦੇ ਹਾਂ। ਸਾਡੇ ਲਈ ਉਹ ਉਹੀ ਹੈਗਾ ਆ ਜੋ ਉਹ ਹੈਗਾ ਹੀ ਆ। ਤੇ ਜਦੋਂ ਅਸੀਂ ਉਸ ਨਜ਼ਰੀਏ ਤੋਂ ਵੇਖਦੇ ਹਾਂ ਤਾਂ ਉਹ ਲਾਜ਼ਮੀ ਹੈ ਕਿ ਜਿਨ੍ਹਾਂ ਨੇ ਰੱਬ ਮੰਨਿਆ ਹੋਇਆ ਹੈਗਾ ਆ, ਜਿਨ੍ਹਾਂ ਨੇ ਗੁਰੂ ਮੰਨਿਆ ਹੋਇਆ ਹੈਗਾ ਆ, ਜਿਨ੍ਹਾਂ ਨੇ ਗੁਰੂ ਮੰਨਣਾ ਕੋਈ ਮਾੜੀ ਗੱਲ ਨਹੀਂ ਹੈਗੀ ਹੈ, ਚੰਗੀ ਗੱਲ ਹੈਗੀ ਹੈ ਜੇ ਅਸੀਂ ਉਹਦੇ ਤੋਂ ਕੁਝ ਸਿੱਖਣਾ ਹੋਵੇ, ਸਿੱਖਿਆ ਸੇਧ ਲੈਣੀ ਹੋਵੇ। ਪਰ ਜਦੋਂ ਰੱਬ ਹੀ ਮੰਨ ਲਿਆ ਜਾਣਾ ਹੈ ਕਿ ਹਾਂ ਵੀ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਸੁਣਨੀ ਹੈਗੀ ਹੈ, ਤਾਂ ਫਿਰ ਗੱਲ ਇਹ ਹੁੰਦੀ ਹੈਗੀ ਹੈ ਕਿ ਇਹ ਲੋਕ ਕੌਣ ਨੇ ਜਿਹੜੇ ਬਾਬੇ ਨਾਨਕ ਦੇ ਠੇਕੇਦਾਰ ਬਣੇ ਬੈਠੇ ਹੈਗੇ ਆ। ਕਿ ਬਾਬਾ ਨਾਨਕ ਸਿਰਫ ਇੱਕ ਹੀ ਕਮਿਊਨਿਟੀ ਦਾ ਰਹਿ ਗਿਆ ਹੈਗਾ ਆ? ਉਹ ਤੇ ਸਾਰਿਆਂ ਦਾ ਸਾਂਝਾ ਹੈਗਾ ਆ। ਕਵੀ ਲੋਕ ਸਾਰਿਆਂ ਦੇ ਸਾਂਝੇ ਹੁੰਦੇ ਹੈਗੇ ਆ।
ਸੋ ਉਸ ਕਵਿਤਾ ਦੇ ਉੱਤੇ ਵੀ ਜੇ ਵਿਵਾਦ ਉਠਾਇਆ ਗਿਆ ਆ ਤਾਂ ਉਹ ਇੱਕ ਖਾਸ ਫਿਰਕੇ ਵੱਲੋਂ ਉਠਾਇਆ ਗਿਆ ਆ, ਔਰ ਉਸ ਦੀ ਲਪੇਟ ਦੇ ਵਿੱਚ ਜਿਹੜੇ ਸਾਹਿਤਕਾਰ ਹੈਗੇ ਆ, ਸਾਹਿਤਕਾਰਾਂ ਨੂੰ ਹਾਲਾਂਕਿ ਬਹੁਤੇ ਸਾਹਿਤਕਾਰ ਹੈਗੇ ਨੇ ਕਿ ਜਿਹੜੇ ਖੁੱਲ੍ਹੇਆਮ ਉਸ ਤਰੀਕੇ ਨਾਲ ਨਹੀਂ ਗੱਲ ਕਰ ਸਕਦੇ, ਜਿਹੜੀ ਆਮਣੇ ਸਾਹਮਣੇ ਕਿਸੇ ਮੇਰੇ ਤੁਹਾਡੇ ਵਰਗੇ ਨਾਲ ਕਰ ਸਕਦੇ ਆ। ਸੋ ਸਾਹਿਤਕਾਰਾਂ ਨੇ ਵੀ ਸਮਾਜ ਨੂੰ ਮੁੱਖ ਰੱਖ ਕੇ ਜਿਹੜਾ ਹੈਗਾ ਗੋਲ ਮੋਲ ਜਵਾਬ ਦੇਣਾ ਹੁੰਦਾ ਆ। ਸੋ ਉਹਦੇ ਵਿੱਚੋਂ ਹੀ ਜਿਹੜਾ ਜਵਾਬ ਹੈਗਾ ਹੈ ਇਹਨਾਂ ਦਾ ਪਾਤਰ ਹੋਰਾਂ ਦਾ ਜਵਾਬ ਆਇਆ ਸੀ, ਅਤੇ ਨਾਲ ਹੀ ਜਿਹੜੇ ਉਹਨੇ ਹੋਰ ਵੀ ਜਿਹੜੇ ਸਾਹਿਤਕਾਰ ਹੈਗੇ ਨੇ ਉਹ ਸਿੱਧੇ ਤੌਰ 'ਤੇ ਇਸ ਕਵਿਤਾ ਦੇ ਵਿਰੋਧ ਵਿੱਚ ਵੀ ਨਹੀਂ ਆਏ ਅਤੇ ਸਿੱਧੇ ਤੌਰ 'ਤੇ ਇਸ ਕਵਿਤਾ ਦੇ ਹੱਕ ਵਿੱਚ ਵੀ ਨਹੀਂ ਆਏ।